ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਨਾਜ਼ਰ ਸਤਿਗੁਰੂ ਬਖਸ਼ਣਹਾਰ ਸੁਆਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜੁੜ ਬੈਠੇ ਸਤ ਸੰਗੀ ਜਨੋ, ਬੜੀ ਅਪਾਰ ਬਖਸ਼ਿਸ਼ ਸਤਿਗੁਰਾਂ ਨੇ ਕੀਤੀ। ਸੰਗਤ ਰੂਪ ਦੇ ਵਿੱਚ ਅੱਜ ਵੀ ਇਕੱਤਰ ਹੋਣ ਦਾ ਸੁਭਾਗ ਮਿਲਿਆ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਵਿਸਥਾਰ ਸਹਿਤ ਆਪ ਜੀਆਂ ਨੇ ਸਤਿਗੁਰਾਂ ਦੇ ਚੱਲ ਰਹੇ ਇਤਿਹਾਸ ਵਿੱਚੋਂ ਕੁਝ ਚੋਜ ਸਰਵਣ ਕੀਤੇ ਸਨ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਕਾਮਰੂਪ ਦੇਸ਼ ਦਾ ਰਾਜਾ ਆਇਆ, ਸਤਿਗੁਰਾਂ ਨੇ ਕਰਾਮਾਤ ਨਾਲ ਖਿੱਚੀ ਹੋਈ ਪੱਗ ਅਤੇ ਚੋਲਾ ਬਾਦਸ਼ਾਹ ਨੂੰ ਵਾਪਸ ਕੀਤਾ। ਇਹ ਚੋਜ ਸਤਿਗੁਰਾਂ ਦਾ ਦੇਖ ਕੇ ਬਾਦਸ਼ਾਹ ਹੋਰ ਪ੍ਰਭਾਵਿਤ ਹੋ ਗਏ। ਹੁਣ ਗੱਲ ਚੱਲੀ ਸੰਧੀ ਦੀ, ਸਮਝੌਤੇ ਦੀ। ਸਤਿਗੁਰ ਕਹਿੰਦੇ ਬਾਦਸ਼ਾਹ ਜੋ ਤੇਰੇ ਦਿਲ ਦੇ ਵਿੱਚ ਵਿਚਾਰਾਂ ਨੇ ਤੂੰ ਸਾਡੇ ਨਾਲ ਪਹਿਲਾਂ ਕਰ ਲੈ। ਬਾਦਸ਼ਾਹ ਨੇ ਵੀ ਮਨ ਦੀਆਂ ਗੱਲਾਂ ਕੀਤੀਆਂ। ਮਹਾਰਾਜ, ਅਸੀਂ ਲੋਕਾਂ ਨੇ ਸਹੁੰ ਖਾਧੀ ਹੋਈ ਹੈ, ਕਸਮ ਖਾਧੀ ਹੈ, ਮੁਸਲਮਾਨਾਂ ਦੇ ਕਦੇ ਅਸੀਂ ਮੱਥੇ ਨਹੀਂ ਲੱਗਣਾ। ਬਾਕੀ ਜਿਵੇਂ ਤੁਹਾਡਾ ਹੁਕਮ ਹੋਏਗਾ ਅਸੀਂ ਮੰਨਾਂਗੇ। ਜਿੰਨਾ ਕੁਝ ਵੀ ਸਤਿਗੁਰਾਂ ਨੇ ਕੱਲ ਆਖਿਆ ਬਾਦਸ਼ਾਹ ਉਹਦੇ ਨਾਲ ਸਹਿਮਤ ਹੈ। ਹੁਣ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਰਾਜਾ ਰਾਮ ਸਿੰਘ ਨੂੰ ਲੈ ਕੇ ਮੇਰੇ ਦੇਸ਼ ਵਿੱਚ ਆਓ, ਉੱਥੇ ਬਹਿ ਕੇ ਵਚਨ ਵਿਲਾਸ ਕਰਾਂ। ਇੱਥੋਂ ਤੱਕ ਆਪਾਂ ਨੇ ਸਤਿਗੁਰਾਂ ਦੇ ਇਤਿਹਾਸ ਨੂੰ ਸਰਵਣ ਕੀਤਾ ਸੀ। ਆਓ ਕੁਝ ਕੁ ਸਮਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾਈਏ। ਕਰੋ ਰਸਨਾ ਪਵਿੱਤਰ, ਗੱਜ ਵੱਜ ਕੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕਹਿਓ ਇਸ ਬਿਦ ਹੋਏ, ਤੇਰੇ ਵਿਪਰ ਕਰੈ ਨਾ ਕੋਏ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅੱਜ ਰਾਜਾ ਕਾਮਰੂਪ ਦੇਸ਼ ਦਾ ਬੈਠਾ ਹੈ, ਆਗਿਆ ਲੈ ਕੇ ਜਾਣ ਲੱਗੇ। ਗੁਰੂ ਸਾਹਿਬ ਜੀ ਨੇ 100 ਦੀ ਇੱਕੋ ਹੀ ਗੱਲ ਕੀਤੀ, ਬਾਦਸ਼ਾਹ ਜੇ ਤੂੰ ਗੁਰੂ ਨਾਨਕ ਦੇ ਦਰ ਤੇ ਭਰੋਸਾ ਕੀਤਾ ਤੇ ਤੇਰੀ ਖਿਲਾਫਤ ਕਦੇ ਨਹੀਂ ਹੋਏਗੀ। ਜੋ ਅਸੀਂ ਤੈਨੂੰ ਤੇਰੇ ਸਾਹਮਣੇ ਕਹਿ ਦਿੱਤਾ ਉਹੀ ਤੇਰੀ ਪਿੱਠ ਪਿੱਛੋਂ ਹੋਏਗਾ। ਤੇਰੇ ਉਲਟ, ਤੇਰੇ ਖਿਲਾਫ ਸਾਡਾ ਕੋਈ ਫੈਸਲਾ ਨਹੀਂ। ਕੋ ਆਨ ਸ਼ਰਨ ਤੈ ਪੜਿਓ, ਹਮ ਚਾਹੇ ਦੋਨੋਂ ਕੋ ਭਲ ਕਰਿਓ। ਗੁਰੂ ਜੀ ਕਹਿੰਦੇ ਅਸੀਂ ਤੇ ਤੇਰਾ ਤੇ ਰਾਜਾ ਰਾਮ ਸਿੰਘ ਦੋਨਾਂ ਦਾ ਹੀ ਭਲਾ ਕਰਨਾ ਚਾਹੁੰਦੇ ਹਾਂ। ਤੂੰ ਵੀ ਸਾਡੀ ਸ਼ਰਨ ਵਿੱਚ ਆਇਆ ਤੇ ਰਾਜਾ ਰਾਮ ਸਿੰਘ ਵੀ ਸ਼ਰਨ ਚ ਆਇਆ ਹੋਇਆ, ਕਿਉਂਕਿ ਬਲੀ ਦਾ ਬੱਕਰਾ ਤੇ ਔਰੰਗਜ਼ੇਬ ਨੇ ਰਾਮ ਸਿੰਘ ਆਪਣੇ ਵੱਲੋਂ ਤੇ ਬਣਾ ਲਿਆ ਨਾ। ਕੋਈ ਸਮਝੌਤਾ ਨਹੀਂ ਕੀਤਾ ਉਹਦੇ ਨਾਲ, ਕਹਿ ਕੇ ਤੋੜ ਦਿੱਤਾ। ਮਰ ਗਿਆ ਕੋਈ ਨਹੀਂ, ਬਚ ਗਿਆ ਫਿਰ ਵੀ ਕੋਈ ਨਹੀਂ। ਪਰ ਉਹਨੇ ਸਤਿਗੁਰਾਂ ਦੀ ਓਟ ਤੱਕੀ ਹੈ ਤੇ ਅੱਜ ਤੱਕ ਉਹ ਸੁਰੱਖਿਅਤ ਬੈਠਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਾਈ ਤੂੰ ਵੀ ਸਾਡੀ ਸ਼ਰਨ ਵਿੱਚ ਆਇਆ ਹੈ, ਸਾਡਾ ਤੇ ਫਰਜ਼ ਹੈ ਸਭ ਦਾ ਭਲਾ ਮੰਗਣਾ, ਸਭ ਦਾ ਭਲਾ ਕਰਨਾ। ਸਾਦਰ ਗੁਰੂ ਦਇਓ ਸਿਰ ਪਾਏ, ਬੰਧਨ ਕਰ ਗਮਨਿਓ ਤਬ ਰਾਏ। ਕਾਫੀ ਰਾਤ ਦਾ ਵੇਲਾ ਹੋਇਆ, ਸਤਿਗੁਰਾਂ ਨੇ ਬਾਦਸ਼ਾਹ ਨੂੰ ਅਲਵਿਦਾ ਹੋਣ ਦਾ ਸਿਰੋਂ ਕਹੋ ਦਿੱਤਾ। ਸਿਰੋਂ ਕਹੋ ਲੈ ਕੇ ਬਾਦਸ਼ਾਹ ਬੜਾ ਖੁਸ਼ ਹੋ ਕੇ ਪ੍ਰਸੰਨ ਹੋ ਕੇ ਚਰਨਾਂ ਤੇ ਬੰਦਨਾ ਕਰਕੇ
ਇਹ ਕਹਿ ਕੇ ਤੁਰਿਆ ਮਹਾਰਾਜ ਸਵੇਰ ਹੁੰਦਿਆਂ ਕੱਲ ਜਾਂ ਪਰਸੋਂ ਮੈਂ ਤੁਹਾਡੀ ਵੇਟ ਕਰਾਂਗਾ, ਉਡੀਕ ਕਰਾਂਗਾ, ਤੁਸੀਂ ਜ਼ਰੂਰ ਆਉਣਾ ਹੈ। ਕਿਉਂਕਿ ਗੁਰੂ ਸਾਹਿਬ ਵੱਡੇ ਨੇ, ਵੱਡਿਆਂ ਤੇ ਕਦੇ ਜ਼ੋਰ ਨਹੀਂ ਹੁੰਦਾ, ਵੱਡਿਆਂ ਅੱਗੇ ਬੇਨਤੀ ਹੁੰਦੀ ਹੈ ਪਾਤਸ਼ਾਹ ਇਹਨਾਂ 2 ਦਿਨਾਂ ਦੇ ਵਿੱਚ ਆਪ ਜੀ ਨੂੰ ਜਦ ਵੀ ਚੰਗਾ ਲੱਗੇ ਸਮਾਂ ਤੁਸੀਂ ਚੱਲ ਕੇ ਜ਼ਰੂਰ ਆਇਓ। ਜਿਸ ਮੈਂ ਮੌਕਾ ਪਰ ਚੜ ਗਇਓ, ਪ੍ਰਾਪਤ ਭਵਨ ਆਪਣੇ ਭਇਓ। ਆਗਿਆ ਲੈ ਕੇ ਮੱਥਾ ਟੇਕ ਕੇ ਬਾਦਸ਼ਾਹ ਸਤਿਗੁਰਾਂ ਦੇ ਦਰਬਾਰ ਤੋਂ ਬਾਹਰ ਆਇਆ ਹੈ। ਕਿਨਾਰੇ ਤੇ ਪਹੁੰਚਿਆ, ਕਿਸ਼ਤੀਆਂ ਮੰਗਾਈਆਂ, ਬੇੜੀਆਂ 'ਚ ਸਵਾਰ ਹੋ ਕੇ ਤੁਰਿਆ ਜਾਂਦਾ। ਆਪਣੀ ਮਾਤਾ ਨੂੰ ਕਹਿੰਦਾ ਮਾਤਾ ਮੈਨੂੰ ਤੇ ਇਹ ਲੱਗਦਾ ਸੀ ਵੀ ਸਾਡੇ ਦਿਨ ਥੋੜੇ ਨੇ, ਪਰ ਮੈਨੂੰ ਹੁਣ ਲੱਗਣ ਲੱਗਿਆ ਜ਼ਿੰਦਗੀ ਦੀ ਸ਼ੁਰੂਆਤ ਅਸਲ ਵਿੱਚ ਹੋਈ ਓ ਹੁਣ। ਆਖੋ ਸਤਨਾਮ। ਅੱਜ ਤੱਕ ਤੇ ਭੁਲੇਖੇ ਤੇ ਭਰਮ 'ਚ ਹੀ ਜਿਉਂਦੇ ਰਹੇ। ਬਾਦਸ਼ਾਹ ਨੇ ਬ੍ਰਹਮਪੁੱਤਰ ਦਰਿਆ ਰਾਤ ਵੇਲੇ ਪਾਰ ਕੀਤਾ। ਭਈ ਬਰਾਤ ਨਿਜ ਦਾਸ ਪਠਾਇਓ, ਵਿਚਨ ਸਿੰਘ ਕੋ ਨਿਕਟ ਬੁਲਾਇਓ। ਹੁਣ ਜਿਸ ਵੇਲੇ ਇਹ ਬਾਦਸ਼ਾਹ ਅਲਵਿਦਾ ਹੋਇਆ ਇੱਥੋਂ, ਆਗਿਆ ਲੈ ਕੇ ਗਿਆ, ਉਹ ਆਪਣੇ ਦੇਸ਼ ਮਹਿਲਾਂ 'ਚ ਚਲਿਆ ਗਿਆ ਖੁਸ਼ ਹੋ ਕੇ। ਸਤਿਗੁਰਾਂ ਨੇ ਇੱਧਰ ਪਰਵਾਨਾ ਭੇਜਿਆ ਰਾਜਾ ਰਾਮ ਸਿੰਘ, ਸੇਵਾਦਾਰ ਭੇਜਿਆ, ਜਾਓ ਭਾਈ ਬਾਦਸ਼ਾਹ ਨੂੰ ਲੈ ਕੇ ਆਓ। ਕੀਨ ਬੰਦਨਾ ਬੈਠਿਓ ਪਾਸ, ਭਨਤ ਬਿਨੈ ਮੈਂ ਹੋ ਤੁਮ ਦਾਸ। ਸਤਿਗੁਰਾਂ ਦੀ ਬੇਨਤੀ ਸੁਣ ਕੇ ਰਾਜਾ ਆਇਆ। ਗੁਰੂ ਸਾਹਿਬ ਕਿਉਂ ਬੇਨਤੀ ਕਰਦੇ ਬਈ? ਗੁਰੂ ਨੇ ਤੇ ਹੁਕਮ ਕਰਨਾ ਚਾਹੀਦਾ। ਇਹ ਸਾਡੇ ਸਤਿਗੁਰਾਂ ਦਾ ਵੱਡ ਪੁਣ ਹੈ। ਸਿੱਖ ਨੂੰ ਵੀ ਇਹੀ ਸਿਖਾਇਆ ਹੈ, ਜਿੰਨਾ ਮਰਜੀ ਵੱਡਾ ਹੋ ਜੀ, ਜਿੰਨਾ ਮਰਜੀ ਉੱਚਾ ਹੋ ਜੀ, ਸਿਖਾ ਬੇਨਤੀ ਕਰਨੀ ਨਾ ਜ਼ਿੰਦਗੀ 'ਚ ਭੁੱਲ ਜਾਏ। ਦਸ਼ਮੇਸ਼ ਪਿਤਾ ਜੀ ਨੇ ਸਾਰੀ ਜ਼ਿੰਦਗੀ ਸਿੱਖਾਂ ਅੱਗੇ ਬੇਨਤੀ ਕੀਤੀ, ਭਾਵੇਂ ਚਮਕੌਰ ਦੀ ਗੜੀ ਛੱਡੀ ਉਦੋਂ ਵੀ ਬੇਨਤੀ ਕਰਦੇ। ਖਾਲਸੇ ਨੇ ਹੁਕਮ ਲਾਤਾ। ਇਹ ਸਭ ਪ੍ਰੇਮ ਦੀਆਂ ਖੇਡਾਂ ਨੇ, ਜਿੱਥੇ ਪ੍ਰੇਮ ਨਹੀਂ ਉੱਥੇ ਹੁਕਮ ਚੱਲਦਾ ਹੁੰਦਾ। ਸਤਿਗੁਰਾਂ ਨੇ ਪਿਆਰ ਦੀ ਬੇਨਤੀ ਬਾਦਸ਼ਾਹ ਨੂੰ ਭੇਜੀ, ਉਹਨੇ ਸਿਰ ਮੱਥੇ ਮਰਦ ਦਾ ਹੁਕਮ ਪ੍ਰਵਾਨ ਕੀਤਾ ਤੇ ਉਸੇ ਵੇਲੇ ਆ ਗਿਆ, ਚੱਲ ਗਿਆ। ਚਰਨਾਂ ਤੇ ਮੱਥਾ ਟੇਕ ਕੇ ਖੁਸ਼ੀ ਨਾਲ ਕਹਿਣ ਲੱਗਿਆ ਮਹਾਰਾਜ ਮੈਂ ਤੇ ਤੁਹਾਡਾ ਸੇਵਕ ਹਾਂ, ਮੈਨੂੰ ਬੇਨਤੀਆਂ ਨਾ ਭੇਜਿਆ ਕਰੋ, ਮੇਰੇ ਤੇ ਹੁਕਮ ਕਰਿਆ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸਾਰੋ, ਵਿਚੋ ਬਤੰਤ ਬਤਾਏ ਉਧਾਰੋ। ਹੁਣ ਜੋ ਕੁਝ ਵੀ ਰਾਤ ਸਮੇਂ ਹੋਇਆ, ਸਵੇਰ ਵੇਲੇ ਬਾਦਸ਼ਾਹ ਰਾਜਾ ਰਾਮ ਸਿੰਘ ਆਇਆ ਹੋਇਆ। ਸਤਿਗੁਰਾਂ ਨੇ ਕੱਲੀ ਕੱਲੀ ਵਾਰਤਾ ਇਸ ਬਾਦਸ਼ਾਹ ਨੂੰ ਸੁਣਾਈ। ਕਹਿਣ ਲੱਗੇ ਰਾਮ ਸਿੰਘ ਪਰਦਾ ਨਹੀਂ ਰੱਖੀਦਾ, ਜੋ ਕੁਝ ਵੀ ਸਾਡੇ ਕੋਲ ਹੋਇਆ ਤੂੰ ਸੁਣ ਲੈ, ਕਿਉਂਕਿ ਮੁਲਾਕਾਤ ਤੇ ਤੂੰ ਜਾਣਾ, ਤੈਨੂੰ ਪਤਾ ਹੋਣਾ ਚਾਹੀਦਾ ਸ਼ਰਤਾਂ ਕੀ ਨੇ। ਸੰਧੀ ਹੋਣ ਲੱਗੀ ਹੈ, ਸਮਝੌਤਾ ਹੋਣ ਲੱਗੇ ਹੈ। ਹੁੰਦਾ ਸਮਝੌਤਾ ਉਦੋਂ ਹੀ ਹੈ ਜਦੋਂ ਦੋਨੇ ਧਿਰਾਂ ਰਾਜੀ ਹੁੰਦੀਆਂ ਹੋਣ। ਸਤਿਗੁਰਾਂ ਨੇ ਰਾਜਾ ਰਾਮ ਸਿੰਘ ਨੂੰ ਕੋਲ ਬਿਠਾ ਕੇ ਪਿਆਰ ਦੇ ਬਚਨ ਆਖੇ, ਵਿਜੈ ਭਈ ਤੇਰੀ ਸਭ ਰੀਤ, ਜਿਨ ਕੋ ਸਕਿਓ ਨਾ ਕੋ ਜੀਤ। ਸਤਿਗੁਰ ਕਹਿੰਦੇ ਬਾਦਸ਼ਾਹ ਤੈਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ, ਮੁਬਾਰਕਾਂ। ਗੁਰੂ ਸਾਹਿਬ ਕਹਿ ਰਹੇ, ਕਹਿੰਦਾ ਮਰਦ ਕਿਸ ਚੀਜ਼ ਦੀਆਂ? ਮਰਦ ਕਹਿੰਦੇ ਜਿਹਨੂੰ ਅੱਜ ਤੱਕ ਕੋਈ ਜਿੱਤ ਨਹੀਂ ਸਕਿਆ, ਸੱਜਣਾ ਉਹਨੂੰ ਤੂੰ ਜਿੱਤ ਚੱਲਿਆ। ਆਖੋ ਸਤਨਾਮ। ਬਸ ਗੁਰੂ ਦਾ ਬਚਨ ਹੈ। ਉਹਨੇ ਸਵਾਲ ਨਹੀਂ ਕੀਤਾ ਮਹਾਰਾਜ ਅਜੇ ਤੇ ਮੈਂ ਜਿੱਤ ਦੇ ਨੇੜੇ ਤੇੜੇ ਵੀ ਨਹੀਂ, ਤੇ ਆਪ ਜੀ ਕਹਿ ਰਹੇ ਹੋ ਜਿੱਤ ਕੇ ਜਾਣਾ। ਸਤਿਗੁਰ ਕਹਿੰਦੇ ਬਾਦਸ਼ਾਹ ਸਾਨੂੰ ਖੁਸ਼ੀ ਬੜੀ ਹੈ, ਤੂੰ ਜਿੱਤ ਗਿਆ ਏ। ਸੋ ਤੁਝ ਮਿਲੈ ਉਪਾਇ ਨ ਦਹਿ, ਮੰਤਰਨ ਬਲ ਜੋ ਬਸ ਨਵ ਹੈ ਵਹਿ। ਬਾਦਸ਼ਾਹ ਕੱਲ ਤੇਰੇ ਤੇ ਜਿਹੜਾ ਮੰਤਰ ਪੜ ਪੜ ਕੇ ਰਾਜਾ ਆਉਂਦਾ ਸੀ, ਦੁਸ਼ਮਣ ਭੇਜ ਭੇਜ ਕੇ ਲਲਕਾਰੇ ਮਾਰਦਾ ਸੀ, ਜਦ ਵੀ ਉਹ ਤੈਨੂੰ ਮਿਲੂਗਾ ਜੱਫੀ ਪਾ ਕੇ ਮਿਲੂਗਾ ਤੇ ਤੈਨੂੰ ਪਿਟਾਵਾਂ ਦੇ ਕੇ ਮਿਲੂਗਾ। ਪਿਟਾਵਾਂ ਗਿਫਟ ਦੋਨੇ ਤਰਫਾਂ ਤੋਂ। ਜਦ ਕੋਈ ਤਿਉਹਾਰ ਆਵੇ, ਇੱਕ ਆਪਣੇ ਵਿੱਚ ਸੱਭਿਆਚਾਰ ਹੈ ਸਾਰੀ ਦੁਨੀਆ 'ਚ, ਉਸ ਸਮੇਂ ਆਪਣੇ ਪਿਆਰਿਆਂ ਨੂੰ ਤੋਹਫੇ ਦੇਣੇ, ਗਿਫਟ ਦੇਣੇ, ਸੈਲੀਬ੍ਰੇਟ ਕਰਨਾ। ਸਤਿਗੁਰ ਕਹਿੰਦੇ ਬਾਦਸ਼ਾਹ ਰਾਜਾ ਰਾਮ ਸਿੰਘ ਐਵੇਂ ਤੂੰ ਵੀ ਖਾਲੀ ਹੱਥ ਨਾ ਤੁਰ ਜੀ। ਕੱਲ ਤੱਕ ਉਹ ਤੇਰਾ ਦੁਸ਼ਮਣ ਤੇ ਤੂੰ ਉਹਦਾ ਸੀ, ਹੁਣ ਦੁਸ਼ਮਣੀ ਵਸਾਰ ਕੇ ਖੁਸ਼ੀ ਦੇ ਫੁੱਲ ਲੈ ਕੇ ਜਾਈ।
तेरी मुलाकात उस बादशाह के नाल होनी है। इन्ना प्यार पल लई दिलों पाई प्रेम, वो भी तेनू याद रखे। राजपूत लियो संग हजार, बली तुरंगन के असवार। राजा राम सिंह खुश होके कहंदा मर्द मैं हुणे हुक्म दिंदा फौजां नूं। सतगुर कहंदे ओ भलिया फौजां नूं नहीं कहना, रिश्तेदारी दे चले आ, मित्रां दे घर चले आ, मित्रां दे घर बहुतियां नूं नहीं लेके जाईदा। आखो सतनाम। जद किते जिंदगी दे विच पर्सनल समझौते होण उत्थे यारियां नहीं पुगाईदियां, बहुते नहीं लजाईदे। सतगुर कहंदे गिणती दा 1000 सूरवीर, वो भी तेरे नाल ओ होवे, तेरी ठाठ बाठ वास्ते भी तू बादशाह है, राजपूत राजा ते तेरे राजपूत साथी 1000 दी गिणती विच सिर्फ तेरे नाल होण। आज करो तैयारी सब भात, तरियन चढ़ो होत की प्रात। अज दा दिन तैयारी कर लो, एक दिन दा समा दिता है, क्योंकि बहुत वड्डी गल है, जित यकीनी है, जितन चले है खुशी दे नाल। जिन्हों मिलना है उन्होंने सज्जन बनाउणा है, मित्र बनाउणा है। मर्द कहते अज दा दिन तेरे कोल आ, तैयारियां कर लो जिन्नियां हो सकदियां ने, और मिलियो नीवे होके, हमें ना विखायो, इज्जत ना करियो। साडे नाल समय दी हुकूमत है, सेंटर गवर्नमेंट है। मर्द कहते भाई जिन्ना नीवा होएगा बादशाह उन्ना ऊंचा हो जाएगा। परमात्मा उन्हां दा साथ हमेशा दिंदा है जिहड़े लोग जीवन करके निमरता रखदे ने। रब ने हमेशा उन्होंने मुंह तोड़ जवाब दिता जिहड़े हौमे विच तुरदे ने। आखो सतनाम। सदा ही मुंह तोड़िया उन्होंने हौमे वाले। बादशाह नूं गल्लां समझाइयां भी जिहड़े मुसलमान ने ना वो नहीं लेके जाने। देखो शरदा बादशाह जी उन्हें नहीं पूछया महाराज वो तो एडे वड्डे सूरवीर ने, समय की हुकूमत दे साथी ने, क्यों नहीं लेके जाने? उन्हां बिना ते मैं जा नहीं सकता। एक बार भी नहीं कहा। सत बचन महाराज ये हुंदा है गुरु दा हुक्म कमाउणा। महाराज कहंदे 1000 राजपूत राजा तेरे नाल होवे, मलाह किश्तियां तैयार कर लो। सुन नृप के आनंद बढ़ पयो, जन नव जितन को हर दयो। इन्ना प्रसन्न बादशाह होया धरती ते पैर नहीं लगदे जिवें 9 निधियां ते 18 सिद्धियां मिल गईयां होण। होवे ते बंदा गरीब ते कंगाल ते ऑफर आ जे तेनू राष्ट्रपति बनाउणा है, तैनू प्रधानमंत्री चुन लिया ते खुशी किन्नी होए। बंदा सुपने भी नहीं लै सकदा मैं देश दा राजा। अज इन्नी खुशी राजा राम सिंह नू होई, कदी सोचदा सी इथों जिउंदा जाऊंगा कि नहीं जाऊंगा। अज ते राज भाग लेके चले आ। कहंदा महाराज आप जी नाल चलियो, तुहाडे तो बगैर साडी औकात कोई नहीं। बारंबार बंदना ठानत, हे प्रभु निज जीवन अब जानत। कहंदा सतगुर जी हुण ते मेरे दिल दी इक्को ही इच्छा है। मर्द कहंदे अजे भी बाकी है कोई? कहंदा एक इच्छा है सतगुर जी आ जित तो बाद जे तुसी हुक्म करो मैं ते राज भाग छड्ड के तुहाडी सेवा जी लग जा। आखो सतनाम। गुरु जी कहंदे नहीं नहीं प्रजा दी सेवा कर। सब तो वड्डी सेवा प्रजा नूं सुखी बसाउणा, लोकां नूं हक लेके देणे। ये काम सिर्फ धर्मी राजे कर सकते हैं, कोई कर्मी नहीं कर सकता। राजा राम सिंह बड़ा प्रसन्न, बड़ी खुशी है, चाह चकिया जाता नहीं। प्राण दान मोको तुम दीनस, सगरे काज सुधारन कीनस। खुशी चढ़ी है, दो बोल ते प्यार दे कहने बनते ने। कहंदा महाराज तुसी मैनूं प्राण जिंदगी दान विच दित्ती, जो कदे नहीं सी मिल सकदा, नहीं सी मिल सकता, नहीं सी प्राप्त हो सकती, वो जित मैनू लेके दे रहे हो। क्योंकि इस राजा राम सिंह ने अपना दादा इस मुहिम च गवाया मान सिंह। वो तो पहला सैकड़े राजे महाराजे हौमे करने वाले आए, मिट्टी च खप गए। अज तक ब्रह्मपुत्र दरिया कोई नहीं टप्पिया। जिंदगी का पहला ही बादशाह जिहड़ा अज ब्रह्मपुत्र पार करन लगे है। इस करके खुशी इन्नी है, कवि जी कहते मैं लिख नहीं सकता। इतिहासिक कह बिना बढ़ाई, शिविर जाए तैयारी करवाई। बस आज्ञा लेके सतगुरां तो भज्या ही आउंदा बादशाह घोड़े ते सवार होके आके अपने टकाने च अपनी फौजां नूं कहंदा 1000 बंदा मेरी पलटन दा तैयार हो जे।
ਸਵੇਰ ਹੁੰਦਿਆਂ ਜਾਣਾ ਹੈ। ਮੁਸਲਮਾਨ ਕਹਿੰਦੇ ਸਾਨੂੰ ਕਿਉਂ ਨਹੀਂ? ਕਹਿੰਦੇ ਇੱਥੇ ਖੜ ਕੇ ਲੱਡੂ ਲੈ ਕੇ ਖੜੇ ਹੋ, ਸਾਡੀ ਉਡੀਕ ਕਰਿਓ। ਆਖੋ ਸਤਨਾਮ। ਨਾਰਾਜ਼ ਉਹਨਾਂ ਨੂੰ ਵੀ ਨਹੀਂ ਕੀਤਾ। ਇਹਨੂੰ ਰਾਜਨੀਤੀ ਕਹਿੰਦੇ। ਉਹਨਾਂ ਨੂੰ ਕਹਿ ਦਿੱਤਾ ਲੱਡੂ ਬਣਾਓ, ਹਲਵਾਈ ਲਾਓ, ਮਠਿਆਈਆਂ ਤਿਆਰ ਕਰੋ, ਬਸ ਅਸੀਂ ਗਏ ਤੇ ਆਏ। ਉਹ ਵੀ ਖੁਸ਼ ਹੋ ਗਏ ਵੀ ਚਲੋ ਸਾਨੂੰ ਐਡੀ ਵੱਡੀ ਲੰਗਰ ਦੀ ਸੇਵਾ ਸੌਂਪੀ ਹੈ, ਖਾਵਾਂ ਪੀਵਾਂਗੇ, ਉੱਥੇ ਅਸੀਂ ਕੀ ਕਰਨਾ ਹੈ। ਮੁਸਲਮਾਨ ਫੌਜੀ ਸਾਰੇ ਖੁਸ਼ ਕਰਤੇ। ਰਾਜਾ ਰਾਮ ਸਿੰਘ ਨੇ 1000 ਸਾਥੀ ਆਪਣਾ ਤਿਆਰ ਕਰ ਲਿਆ। ਰਾਜਪੂਤ ਪਟ ਏਕ ਜਾਰੇ, ਬੀਨ ਬੀਨ ਕੀਨਸ ਸਭ ਨਿਆਰੇ। ਹੁਣ ਚੁਣ ਚੁਣ ਕੇ ਆਪਣੇ ਸਾਥੀ ਲੱਭ ਲਏ ਨੇ। ਬਾਦਸ਼ਾਹ ਨੇ ਹੁਕਮ ਕੀਤਾ ਸੋਹਣੇ ਬਸਤਰ, ਸੋਹਣੇ ਘੋੜੇ, ਸੋਹਣੇ ਰੱਥ ਤੁਹਾਡੇ ਕੋਲ ਹੋਣ, ਪਤਾ ਲੱਗੇ ਕੋਈ ਹਿੰਦੁਸਤਾਨ ਤੋਂ ਚੱਲ ਕੇ ਆਇਆ। ਭਾਵੇਂ ਕਿ ਕਾਮਰੂਪ ਦੇਸ਼, ਕਲਕੱਤਾ, ਅਸਾਮ, ਬੰਗਾਲ ਹਿੰਦੁਸਤਾਨ ਦਾ ਹਿੱਸਾ ਸੀ, ਪਰ ਰਾਜਨੀਤਿਕ ਤੌਰ ਤੇ ਉਹ ਹਿੰਦੁਸਤਾਨ ਨਹੀਂ ਸੀ। ਉੱਥੇ ਚੱਲਦੀ ਨਹੀਂ ਸੀ ਰਾਜੇ ਮਹਾਰਾਜਿਆਂ। ਉੱਥੇ ਦੀ ਹਕੂਮਤ ਅਲੱਗ ਸੀ, ਜਿਸ ਹਕੂਮਤ ਨੂੰ ਅੱਜ ਸਤਿਗੁਰ ਤੋੜਨ ਚੱਲੇ। ਕਹਿੰਦੇ ਬਾਦਸ਼ਾਹ ਇੰਨਾ ਖੁਸ਼ ਹੋਇਆ, ਉਹਨੇ ਕਲਗੀ ਵੀ ਲਾ ਲਈ, ਸੋਹਣੀ ਪੱਗ ਵੀ ਬੰਨੀ ਹੋਈ ਹੈ, ਸੋਹਣੀਆਂ ਪੁਸ਼ਾਕਾਂ ਵੀ ਪਾ ਲਈਆਂ, ਮਰਦ ਦਾ ਹੁਕਮ ਮੰਨ ਕੇ ਸੋਹਣਾ ਘੋੜਾ ਵੀ ਰੱਖ ਲਿਆ ਉਹਨੇ। ਅੱਜ ਦਾ ਦਿਨ ਖੂਬ ਤਿਆਰੀ ਚੱਲੀ ਹੈ। ਰਾਤ ਦਾ ਸਮਾਂ ਵੀ ਕਹਿੰਦੇ ਬਾਦਸ਼ਾਹ ਸੁੱਤਾ ਨਹੀਂ, ਇਹੀ ਵੇਖਦਾ ਰਿਹਾ ਕੋਈ ਕਮੀ ਪੇਸ਼ੀ ਨਾ ਹੋਵੇ। ਮਠਿਆਈਆਂ ਦੇ ਥਾਲ, ਕੀਮਤੀ ਵਸਤਰ, ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਸਾਰੇ ਇਕੱਠੇ ਕਰ ਲਏ। ਸ਼ਸਤਰ ਬਸਤਰ ਸੁਭ ਧਾਰਨ ਹਾਰੇ, ਕਹਿਓ ਅਰੂਡੋ ਹੋਤ ਸਕਾਰੇ। ਕਹਿੰਦੇ ਸਵੇਰ ਦਾ ਵੇਲਾ ਹੋਇਆ, ਫੌਜਾਂ ਨੇ ਤਿਆਰੀ ਕੀਤੀ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਤਰਫ ਸੀਸ ਨਵਾਇਆ, ਅਰਦਾਸ ਕੀਤੀ ਮਹਾਰਾਜ ਆਪ ਜੀ ਦਾ ਹੁਕਮ ਪਾ ਕੇ ਆਪ ਜੀ ਦੀ ਕਮਾਂਡ ਹੇਠਾਂ ਚੱਲੇ ਆ, ਅੰਗ ਸੰਗ ਸਹਾਇਤਾ ਕਰਿਓ। ਇਹ ਅਰਦਾਸ ਸੀ। ਇਹ ਅਰਦਾਸ ਸਿੱਖ ਦੀ ਨਿਤ ਦੀ ਹੈ। ਦਸ਼ਮੇਸ਼ ਪਿਤਾ ਨੇ ਤੇ ਆਪਣੇ ਜੀਵਨ ਵਿੱਚ ਸਿੱਖ ਦੀਆਂ 101 ਅਰਦਾਸਾਂ ਲਿਖੀਆਂ ਨੇ। ਸਾਡੇ ਤੋਂ ਤੇ ਇੱਕ ਨਹੀਂ ਕਰ ਹੁੰਦੀ। ਆਖੋ ਸਤਨਾਮ। ਨਿਤਨੇਮ ਕਰਕੇ ਅਰਦਾਸ ਕਰਨੀ ਭੁੱਲ ਜਾਂਦੀ। ਕੀਰਤਨ ਸੋਲਾ ਪੜ੍ਹਦੇ ਪੜ੍ਹਦੇ ਸੌਂ ਜਾਈਦਾ, ਪਤਾ ਹੀ ਨਹੀਂ ਲੱਗਦਾ ਅਰਦਾਸ ਦੀ ਰਾਤ ਕੀਤੀ ਨਹੀਂ ਆਪਾਂ ਨੇ। ਪਰ ਦਸ਼ਮੇਸ਼ ਪਿਤਾ ਨੇ ਸਿੱਖ ਦੀ 101 ਅਰਦਾਸ ਲਿਖੀ ਜ਼ਿੰਦਗੀ ਦੇ ਵਿੱਚ। ਜਿਨ੍ਹਾਂ ਨੇ 101 ਅਰਦਾਸ ਕਰ ਲਈ ਨਾ ਜੀਵਨ ਵਿੱਚ, ਉਹ ਸਫਲ ਹੋ ਗਏ। ਕਿਉਂਕਿ ਆਪਣੇ ਕੋਲ ਇੰਨਾ ਸਮਾਂ ਨਹੀਂ ਇਸ ਚੀਜ਼ ਦਾ ਵਿਸਥਾਰ ਕੀਤਾ ਜਾਏ। 101 ਅਰਦਾਸਾਂ ਦਾ ਜਦੋਂ ਜ਼ਿਕਰ ਆਏਗਾ ਨਾ, ਘੱਟੋ ਘੱਟ 10 ਤੇ 15 ਦਿਨ ਦੀ ਕਥਾ ਉਹਨਾਂ ਦੀ ਆਉਣ ਵਾਲੇ ਸਮੇਂ 'ਚ ਬਹੁਤ ਛੇਤੀ ਸ਼ੁਰੂ ਹੋ ਜਾਣੀ ਹੈ। ਅੱਜ ਰਾਜੇ ਨੇ ਮਰਦ ਅੱਗੇ ਅਰਦਾਸ ਕੀਤੀ। ਸਵੇਰ ਵੇਲੇ ਨਗਾਰੇ ਵਜਾ ਦਿੱਤੇ। ਦਿਸ਼ਾ ਵਿਖੇ ਤਿਆਰੀ ਕਰ ਸੋਇਓ, ਵੱਡੀ ਭੋਰ ਉੱਠ ਕਾਰਜ ਜੋਇਓ। ਉਧਰ ਦੂਜੇ ਪਾਸੇ ਕਾਮਰੂਪ ਦੇਸ਼ ਦਾ ਰਾਜਾ ਵੀ ਤਿਆਰ ਬਰ ਤਿਆਰ ਹੋਇਆ, ਸੌਂ ਗਿਆ। ਤੇ ਪ੍ਰਜਾ ਦੇ ਕੁਝ ਲੋਕਾਂ ਨੂੰ ਹੁਕਮ ਕੀਤਾ ਵੀ ਜਿਹੜਾ ਦਰਿਆ ਦੇ ਕਿਨਾਰੇ ਨੂੰ ਰਸਤਾ ਜਾਂਦਾ, ਉਸ ਰਸਤੇ ਨੂੰ ਸਾਫ਼ ਕਰ ਦਿਓ, ਪਾਣੀ ਛਿੜਕ ਦਿਓ। ਇਹ ਨਹੀਂ ਵੀ ਰਾਜੇ ਨੇ ਆਉਣਾ ਹੈ, ਉੱਥੇ ਮੇਰੇ ਸਤਿਗੁਰਾਂ ਨੇ ਆਉਣਾ। ਆਖੋ ਸਤਨਾਮ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੀ। ਉੱਥੇ ਥਾਂ ਹੀ ਬੜਾ ਸੁਹਾਵਣਾ ਹੈ। ਹੁਣ ਜਿਹੜੇ ਉਹ ਹਵਨ ਜੇ ਕਰਦੇ ਸੀ, ਉਹ ਸਾਰੇ ਹਟਾਤੇ, ਮਾਇਆ ਦੇ ਕੇ ਤੋੜ ਦਿੱਤੇ ਸਾਰੇ। ਕੋਈ ਹਵਨ ਦੀ ਲੋੜ ਨਹੀਂ, ਕਿਸੇ ਨੇ ਮੰਦਿਰ 'ਚ ਨਹੀਂ ਜਾਣਾ, ਕੋਈ ਪਖੰਡ ਨਹੀਂ ਕਰਨਾ। ਸਿਰਫ ਇੱਕ ਮੰਦਿਰ ਦਾ ਪੁਜਾਰੀ ਮੰਦਿਰ ਦੀ ਸੇਵਾ ਕਰੇਗਾ। ਬਾਦਸ਼ਾਹ ਕਹਿੰਦਾ ਕਦੇ ਗ੍ਰਾਂਟ ਦੀ ਲੋੜ ਹੋਵੇ, ਮਾਇਆ ਦੀ ਲੋੜ ਹੋਵੇ, ਆ ਕੇ ਮੰਗਿਓ, ਪਰ ਅੱਜ ਤੋਂ ਬਾਅਦ ਮੈਂ ਇਸ ਮੰਦਿਰ 'ਚ ਮੱਥਾ ਟੇਕਣ ਨਹੀਂ ਆਉਣਾ। ਇਤੋਂ ਦੀ ਤੇ ਦੇਵੀ ਨੇ ਕਹਿ ਦਿੱਤਾ ਮੇਰੇ ਕੋਲ ਕੁਝ ਨਹੀਂ, ਸਤਿਗੁਰਾਂ ਕੋਲੇ ਸਾਰਾ ਕੁਝ ਹੈ। ਸਵੇਰ ਹੁੰਦਿਆਂ ਬਾਦਸ਼ਾਹ ਨੇ ਸਵਖਤੇ ਤਿਆਰੀਆਂ ਕੀਤੀਆਂ। ਸੋਹਣੇ ਪਲੰਗੇ, ਸੋਹਣੇ ਸੰਘਾਸਣ ਸਤਿਗੁਰਾਂ ਵਾਸਤੇ ਤਿਆਰ ਕੀਤੇ। ਕਰ ਇਸ਼ਨਾਨ ਭਟ ਅਯੁਧ ਧਾਰੇ, ਮਿਲ ਸਤਿਗੁਰ ਕੋ ਕੀਨਸ ਤਿਆਰੇ। ਇੱਧਰ ਰਾਜਾ ਰਾਮ ਸਿੰਘ ਤਿਆਰ ਹੋ ਕੇ ਸਤਿਗੁਰਾਂ ਦੇ ਕੋਲ ਪਹੁੰਚ ਗਿਆ। ਕਹਿੰਦਾ ਮਹਾਰਾਜ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ, ਆਪ ਜੀ ਦਾ ਹੁਕਮ ਹੈ, ਜਦੋਂ ਕਹੋਗੇ ਉਦੋਂ ਚੱਲਾਂਗੇ। ਹੁਣ ਮੇਰੇ ਸਤਿਗੁਰ ਦੀ ਬੜੇ ਸਾਦਗੀ ਵਾਲੇ, ਬਸ ਉਹੀ ਚਿੱਟਾ ਚੋਲਾ, ਖੱਦਰ ਦਾ, ਚਿੱਟੀ ਦਸਤਾਰ, ਚਿੱਟਾ ਚਾਦਰਾ ਮੋਢੇ ਤੇ ਰੱਖਿਆ। ਕਹਿੰਦੇ ਚੱਲ ਰਾਜਨ ਚੱਲੀਏ। ਆਖੋ ਸਤਨਾਮ। ਕੋਈ ਤਿਆਰੀ ਨਹੀਂ, ਕੋਈ ਲੋਕ ਦਿਖਾਵਾ ਨਹੀਂ ਵੀ ਦੋ ਰਾਜੇ ਮਹਾਰਾਜਿਆਂ ਨੂੰ ਮਿਲਾਉਣ ਚੱਲੇ ਆ। ਕਮ ਸੇ ਕਮ ਕੀਮਤੀ ਕੱਪੜੇ ਤੇ ਪਾਏ ਦਿਖਣ, ਸੋਹਣੀ ਕਿਰਪਾਨ ਤੇ ਹੋਵੇ ਜਿਹਦੇ ਸੋਨਾ ਲੱਗੇ। ਬੜੀ ਸਾਦਗੀ ਵਾਲੇ ਮੇਰੇ ਸਤਿਗੁਰ ਸੀ। ਕਹਿੰਦੇ ਰਾਜਨ ਤੂੰ ਅੱਗੇ ਹੋ ਕੇ ਚੱਲੀ। ਤੂੰ ਰਾਜਾ ਕਹਿੰਦਾ ਮਰ ਜਾ, ਕੰਮ ਨਹੀਂ ਹੋਣਾ, ਮੈਂ ਸਿੱਖਾਂ ਤੇ ਸਿੱਖ ਰਹਿਣਾ, ਤੁਸੀਂ ਅੱਗੇ ਹੋ ਕੇ ਚੱਲਣਾ ਤੇ ਮੈਂ ਨਾਲ ਨਾਲ। ਸਤਿਗੁਰ ਕਹਿੰਦੇ ਫੇਰ ਨਹੀਂ ਅਸੀਂ ਜਾਣਾ, ਤੂੰ ਬਾਦਸ਼ਾਹ ਬਣ ਕੇ ਚੱਲੇ ਐ,
ਸਾਡੇ ਕੋਲ ਭਾਵੇਂ ਤੂੰ ਸੇਵਕ ਹੈ ਪਰ ਤੂੰ ਉੱਥੇ ਤੇ ਬਾਦਸ਼ਾਹ ਨਾ, ਥੋੜੀ ਬਹੁਤੀ ਠੁੱਕ ਤੇ ਬਾਦਸ਼ਾਹੀ ਦੀ ਰੱਖਣੀ ਪੈਣੀ ਹੈ। ਸਤਿਗੁਰਾਂ ਦਾ ਬਚਨ ਉਹਨੇ ਸੱਤ ਕਹਿ ਕੇ ਮੰਨ ਲਿਆ। ਸਿਵਕਾ ਪਰ ਨਿਰਪ ਕੇ ਸੰਗ ਚਾਲੇ, ਛੱਡ ਤੜੀਨ ਪਰ ਨੀਰ ਬਸਾਲੇ। ਹੁਣ ਸਤਿਗੁਰਾਂ ਵਾਸਤੇ ਬੜੀ ਸੋਹਣੀ ਪਾਲਕੀ ਬਾਦਸ਼ਾਹ ਲੈ ਕੇ ਆਇਆ ਸੀ। ਮਰਦ ਨੂੰ ਪਾਲਕੀ ਚ ਸੁਭਾਏਮਾਨ ਕੀਤਾ, ਚੱਲ ਕੇ ਦਰਿਆ ਦੇ ਕਿਨਾਰੇ ਤੇ ਆਏ। ਇੱਥੇ ਅੱਗੇ ਮਲਾਹ ਖੜੇ ਸੀ ਕਿਸ਼ਤੀਆਂ ਵਾਲੇ, ਵੱਡੀਆਂ ਵੱਡੀਆਂ ਕਿਸ਼ਤੀਆਂ ਜਿਨ੍ਹਾਂ ਤੋਂ ਰੱਥ ਪਾਰ ਹੋ ਜਾਂਦੇ ਨੇ। ਕਹਿੰਦੇ ਹੈਰਾਨੀ ਦੀ ਗੱਲ, ਉਹਨਾਂ ਕਿਸ਼ਤੀਆਂ ਉੱਤੇ ਵੀ ਫੁੱਲ ਹੀ ਫੁੱਲ ਲਾਏ ਹੋਏ ਨੇ, ਬੜੀਆਂ ਸੋਹਣੀਆਂ ਬਣਾਈਆਂ ਨੇ। ਸਤਿਗੁਰ ਜੀ ਉਸ ਕਿਸ਼ਤੀ ਤੇ ਸਵਾਰ ਹੋਏ, ਪਾਲਕੀਆਂ ਤੋਂ ਰੱਥਾਂ ਗੱਡੀਆਂ ਨੂੰ ਸਭ ਨੂੰ ਪਾਰ ਕੀਤਾ, ਦੂਜੇ ਕਿਨਾਰੇ ਪੁੱਜ ਗਏ। ਪਹੁੰਚੇ ਪਾਰ ਜਾਏ ਕਰ ਜਬੈ, ਸੁਨਿਓ ਕਾਮਰੂ ਪਤ ਨੇ ਤਬੈ। ਜਿਸ ਵੇਲੇ ਸਤਿਗੁਰ ਕਿਨਾਰੇ ਤੇ ਪਹੁੰਚੇ, ਕਿਨਾਰੇ ਤੋਂ ਤਾਰ ਪਹੁੰਚ ਗਈ ਬਾਦਸ਼ਾਹ ਕੋਲੇ ਖਬਰ ਵੀ ਗੁਰੂ ਸਾਹਿਬ ਆ ਗਏ। ਬਸ ਬਾਦਸ਼ਾਹ ਉਸੇ ਵੇਲੇ ਉੱਠਿਆ, ਆਪਣੀਆਂ ਰਾਣੀਆਂ ਨੂੰ ਹੁਕਮ ਕੀਤਾ, ਮਹਿਲਾਂ ਦੇ ਵਿੱਚ ਕਿਸੇ ਨੇ ਬੈਠਣਾ ਨਹੀਂ, ਜਿੰਨੀ ਦੇਰ ਮੇਰੇ ਸਤਿਗੁਰ ਨਹੀਂ ਆਉਂਦੇ ਦਰਵਾਜ਼ੇ ਤੇ ਖੜ ਕੇ ਉਡੀਕੋ। ਮੰਤਰੀਆਂ ਸੰਤਰੀਆਂ ਨੂੰ ਕਹਿ ਦਿੱਤਾ ਕਿਸੇ ਨੇ ਬਾਦਸ਼ਾਹ ਬਣ ਕੇ ਨਹੀਂ ਇੱਥੇ ਘੁੰਮਣਾ, ਮਹਾਰਾਜ ਆਉਣਗੇ ਚਰਨੀ ਮੱਥਾ ਟੇਕਣਾ, ਜੀ ਆਇਆ ਆਖਣਾ ਏ। ਕੁਸ਼ ਤਰੰਗ ਅਰ ਬਸਤਰ ਵਿਸਾਲੇ, ਦਰਬ ਲਿਓ ਕੀਰਤਿਕ ਸੰਗ ਚਾਲੇ। ਹੁਣ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ 7 ਅਰਬੀ ਨਸਲ ਦੇ ਕੀਮਤੀ ਘੋੜੇ ਬਾਦਸ਼ਾਹ ਨੇ ਲਏ। ਕੀਮਤੀ ਵਸਤਰ, ਕੀਮਤੀ ਸੁਗਾਤਾਂ, ਮਠਿਆਈਆਂ, ਪ੍ਰਸ਼ਾਦ ਸਭ ਕੁਝ ਇਕੱਠਿਆਂ ਕੀਤਾ। ਸਭ ਕੁਝ ਲੈ ਕੇ ਆਪਣੇ ਸਾਥੀਆਂ ਦੇ ਸਮੇਤ ਦਰਿਆ ਦੇ ਕਿਨਾਰੇ ਚੱਲ ਪਿਆ। ਅਪਰ ਉਪਾਇਨ ਆਸ਼ੀ ਕੇਈ, ਉਪਜੈ ਤਿਸੀ ਦੇਸ ਮੈਂ ਜੇਈ। ਜੋ ਕੁਝ ਕਾਮਰੂਪ ਦੇਸ਼ ਵਿੱਚ ਪੈਦਾ ਹੁੰਦਾ ਸੀ, ਕੀਮਤੀ ਸੁਗਾਤਾਂ, ਆਪਣੇ ਰਾਜ ਵਿੱਚ ਸਭ ਤੋਂ ਮਹਿੰਗੀਆਂ ਚੀਜ਼ਾਂ ਸਤਿਗੁਰਾਂ ਨੂੰ ਤੋਹਫੇ ਵਿੱਚ ਦੇਣ ਚੱਲੇ। ਭਾਵੇਂ ਕਿ ਤੋਹਫਿਆਂ ਦਾ ਮੁੱਲ ਨਹੀਂ ਹੁੰਦਾ, ਭਾਵੇਂ 10 ਰੁਪਏ ਦਾ ਹੋਵੇ, ਕੀਮਤੀ ਹੈ ਨਾ। ਪਰ ਪ੍ਰੇਮ ਕਰਨ ਵਾਲੇ ਜਦ ਵੀ ਕਿਸੇ ਆਪਣੇ ਪਿਆਰੇ ਨੂੰ ਕੋਈ ਵਸਤੂ ਦਿੰਦੇ, ਉਹ ਵਸਤੂ ਦਿੱਤੀ ਜਾਂਦੀ ਹੈ ਜੋ ਸਾਡੇ ਕੋਲ ਸਭ ਤੋਂ ਵੱਧ ਕੀਮਤੀ ਹੋਵੇ, ਉਹਨੂੰ ਦੇਣ ਦਾ ਫਾਇਦਾ। ਕਹਿੰਦੇ ਰਾਜੇ ਕਾਮਰੂਪ ਦੇਸ਼ ਨੇ ਆਪਣੇ ਕੋਲ ਸਭ ਤੋਂ ਵੱਧ ਕੀਮਤੀ ਵਸਤੂਆਂ ਕਿਹੜੀਆਂ ਸੀ? ਉਹਦੇ ਕੋਲ ਇੱਕ ਕਲਗੀ ਸੀ, 1.25 ਲੱਖ ਦੀ ਕਲਗੀ, ਜਿਹਦੇ ਵਿੱਚ ਹੀਰਿਆਂ ਦੇ ਹਾਰ ਲੱਗੇ ਨੇ, ਜਿਗਾ ਲੱਗੀ ਹੋਈ ਹੈ। ਉਹਨੇ ਸੋਚਿਆ ਵੀ ਇਹ ਮੈਨੂੰ ਭੇਟਾ ਹੋਈ ਸੀ ਤੇ ਮੈਂ ਸਤਿਗੁਰਾਂ ਨੂੰ ਦੇ ਦਿਆਂ, ਇਹ ਸਭ ਤੋਂ ਵੱਧ ਕੀਮਤੀ ਹੈ ਮੇਰੇ ਰਾਜ ਭਾਗ ਦੇ ਵਿੱਚ। ਉਹਨੇ ਉਹ ਕਲਗੀ ਤੇ ਬਸਤਰ ਲਏ ਨੇ। ਸਤਿਗੁਰਾਂ ਦੀ ਆਓ ਭਗਤ ਕਰਨ ਵਾਸਤੇ ਦਰਿਆ ਦੇ ਕਿਨਾਰੇ ਕੋਲ ਆਇਆ, ਘੋੜੇ ਤੋਂ ਉਤਰਿਆ, ਪੈਰਾਂ 'ਚ ਜੋੜਾ ਲਾਤਾ। ਸਤਿਕਾਰ ਦੇਖੋ ਕਿੰਨਾ ਕਰਦਾ। ਕੱਲ ਤੱਕ ਉਹੀ ਬੰਦਾ ਹੈ ਜਿਹੜਾ ਕਹਿੰਦਾ ਸੀ ਪੀਰ ਪੈਗੰਬਰ ਨੂੰ ਮਾਰ ਮਕਾਓ, ਜਿਹੜਾ ਰਾਜਾ ਰਾਮ ਸਿੰਘ ਦਾ ਪੱਖ ਪੂਰਦਾ। ਅੱਜ ਸੋਝੀ ਆ ਗਈ, ਕਰਮ ਜਾਗੇ, ਭਾਗ ਜਾਗੇ ਨੇ। ਉਹ ਸਤਿਗੁਰਾਂ ਨੂੰ ਖੜਾ ਕਿਨਾਰੇ ਤੇ ਥੋੜੀ ਦੂਰੀ ਤੇ ਬੜੇ ਪ੍ਰੇਮ ਨਾਲ ਉਡੀਕਦਾ ਏ। ਆਏ ਮਿਲਿਓ ਭੂਪਤ ਕੇ ਸਾਥ, ਦੋਹਨ ਵਿੱਚ ਬੈਠੇ ਗੁਰਨਾਥ। ਹੁਣ ਬਾਦਸ਼ਾਹ ਨੇ ਆਪਣੀ ਪ੍ਰਜਾ ਨੂੰ ਕਿਹਾ ਹੋਇਆ ਸੀ ਸਤਿਗੁਰ ਆਉਣਗੇ, ਮੇਰੇ ਮਹਿਲਾਂ ਤੋਂ ਲੈ ਕੇ ਕਿਨਾਰੇ ਤੱਕ ਕਈ ਕਿਲੋਮੀਟਰ ਦਾ ਰਸਤਾ ਸੀ, ਫੁੱਲਾਂ ਦੀ ਬਰਸਾਤ ਕਰਨੀ ਗੁਰੂ ਸਾਹਿਬ ਤੇ ਬਾਦਸ਼ਾਹ ਨੇ। ਜਦੋਂ ਮਰਦ ਚੱਲੇ, ਰਾਜੇ ਨੇ ਭੱਜ ਕੇ ਚਰਨੀ ਲੰਮੀਆਂ ਪੈ ਕੇ ਨਮਸਕਾਰ ਕਰਨਾ। ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਬੜਾ ਪਿਆਰ ਕੀਤਾ। ਰਾਜਾ ਰਾਮ ਸਿੰਘ ਨੇ ਵੀ ਸੀਸ ਝੁਕਾਇਆ। ਅਜੇ ਤੇ ਜਾਣ ਪਛਾਣ ਨਹੀਂ ਨਾ ਹੈ, ਕੱਲ ਤੱਕ ਦੇ ਦੁਸ਼ਮਣ ਸੀ। ਬਸ ਫਤਿਹ ਦੀ ਸਾਂਝ ਹੋਈ ਹੈ, ਗੁਰੂ ਸਾਹਿਬ ਦੇ ਨਾਲ ਨਾਲ ਚੱਲ ਪਏ। ਚੱਲਦੇ ਚੱਲਦੇ ਬਾਦਸ਼ਾਹ ਦੇ ਮਹਿਲਾਂ 'ਚ ਦਰਬਾਰ ਵਿੱਚ ਗੁਰੂ ਸਾਹਿਬ ਪਹੁੰਚੇ। ਜਿਸ ਤਖਤ ਤੇ ਬਾਦਸ਼ਾਹ ਬੈਠਾ ਸੀ, ਉਹਨੇ ਆਪਣੇ ਤਖਤ ਤੋਂ ਉੱਚਾ ਤਖਤ ਲਾਇਆ ਹੋਇਆ 5 ਫੁੱਟ ਉੱਚਾ ਗੁਰੂ ਸਾਹਿਬ ਵਾਸਤੇ, ਤੇ ਆਪਣੇ ਬਰਾਬਰ ਦਾ ਤਖਤ ਲਾਇਆ ਰਾਜਾ ਰਾਮ ਸਿੰਘ ਵਾਸਤੇ। ਕਹਿੰਦੇ ਆਓ ਭਗਤ ਕਰਦੇ ਆ, ਫੁੱਲਾਂ ਦੀ ਬਰਸਾਤ ਕਰਦੇ ਆ, ਖੁਸ਼ਬੂਆਂ ਛਿੜਕਦੇ ਹੋਏ, ਭੇਟਾਵਾਂ ਬਖਸ਼ਦੇ ਹੋਏ ਮਰਦ ਨੂੰ ਉਹ ਲੈ ਕੇ ਆ ਗਏ। ਗੁਰੂ ਸਾਹਿਬ ਆਏ, ਦਰਬਾਰ ਵਿੱਚ ਬੈਠੇ, ਬੜੇ ਪ੍ਰਸੰਨ ਨੇ। ਮਰਦ ਨੇ ਸਭ ਤੋਂ ਪਹਿਲਾਂ ਰਾਜਾ ਰਾਮ ਸਿੰਘ ਨੂੰ ਬਿਠਾਇਆ, ਕਹਿੰਦੇ ਰਾਜਨ ਬੈਠ ਇੱਥੇ। ਦੂਜੇ ਪਾਸੇ ਕਾਮਰੂਪ ਦੇਸ਼ ਦਾ ਬਾਦਸ਼ਾਹ ਬਹਿ ਗਿਆ। ਅੱਜ ਉਹ ਬੜਾ ਖੁਸ਼ ਹੈ, ਸੋਚ ਵੀ ਨਹੀਂ ਸਕਦਾ ਵੀ ਸ੍ਰਿਸ਼ਟੀ ਦੇ ਮਾਲਕ ਕਦੇ ਘਰ ਆਉਣਗੇ। ਲੈਣ ਦੇਣ ਜਿਤਕ ਮਨ ਪਾਇਓ, ਸ਼੍ਰੀ ਪ੍ਰਭ ਦੋਨੋਂ ਤੇ ਕਰਵਾਇਓ। ਸਤਿਗੁਰਾਂ ਨੇ ਦੋਨਾਂ ਨੂੰ ਖੜਿਆਂ ਕਰ ਲਿਆ। ਰਾਮ ਸਿੰਘ, ਹਾਂਜੀ ਮਹਾਰਾਜ। ਸਤਿਗੁਰ ਕਹਿੰਦੇ ਖੜਾ ਹੋ ਭਾਈ। ਬਾਦਸ਼ਾਹ ਖੜਾ ਹੋਇਆ, ਕਾਮਰੂਪ ਦੇਸ਼ ਦਾ ਰਾਜਾ ਸੀ। ਸਤਿਗੁਰ ਕਹਿੰਦੇ ਭਾਈ ਤੂੰ ਵੀ ਖੜਿਆ ਹੋ।
ਨਜ਼ਰਾਂ ਨੀਵੀਆਂ ਨੇ ਦੋਨਾਂ ਦੀਆਂ। ਮਰਦ ਕਹਿੰਦੇ ਮਿਲੋ ਆਪਸ ਵਿੱਚ, ਸਿਰ ਚੁੱਕੇ ਇੱਕ ਦੂਜੇ ਵੱਲ ਵੇਖਿਆ, ਚਿਹਰਿਆਂ ਤੇ ਖੜਾਵਟ ਆ ਗਈ। ਭਈ ਮਿੱਤਰਤਾ ਆਪਸ ਮਾਹੀ, ਬਦਿਓ ਪ੍ਰੇਮ ਰਸ ਉਰ ਹਰ ਖਾਈ। ਜਦੋਂ ਕਹਿੰਦੇ ਦੋਨਾਂ ਨੇ ਇੱਕ ਦੂਜੇ ਨੂੰ ਵੇਖਿਆ, ਦੋਨੋਂ ਹੱਸੇ ਮੁਸਕਰਾਏ। ਮਰਦ ਕਹਿੰਦੇ ਭੁਲਾ ਦੋ ਦੁਸ਼ਮਣੀਆਂ, ਕਹਿੰਦੇ ਮਰਦ ਭੁੱਲ ਗਏ। ਬਸ ਫਿਰ ਹੱਥ ਮਿਲਾਇਆ, ਘੁੱਟ ਕੇ ਜੱਫੀ ਪਾ ਲਈ। ਆਪਸ ਮੈਂ ਪਲਟੀ ਦਸਤਾਰ, ਮਿਲੇ ਅੰਕ ਭਰ ਪੂਜਾ ਪਸਾਰ। ਬੜੇ ਪਿਆਰ ਦੇ ਨਾਲ ਬਾਹਾਂ ਖਿਲਾਰ ਕੇ ਇੱਕ ਦੂਜੇ ਨੂੰ ਗਲ ਲਾ ਕੇ 10 ਮਿੰਟ ਛੱਡਿਆ ਹੀ ਨਹੀਂ। ਕੌਣ ਨੇ ਇਹ? ਕੱਲ ਤੱਕ ਦੇ ਦੁਸ਼ਮਣ ਸੀ, ਆਖੋ ਸਤਨਾਮ। ਅੱਜ ਜੱਫੀਆਂ ਪਾਈ ਖੜੇ ਨੇ। ਮਰਦ ਨੇ ਤੇ ਇੰਨਾ ਹੀ ਕਿਹਾ ਸੀ, ਆਪਸ ਚ ਮਿਲੋ। ਕਾਮਰੂਪ ਦੇਸ਼ ਦੇ ਬਾਦਸ਼ਾਹ ਨੇ ਆਪਣਾ ਸਿਰ ਦਾ ਤਾਜ, ਆਪਣੀ ਪੱਗ ਲਾ ਲਈ। ਬਾਕੀ ਵੇਖਣ ਕਹਿੰਦੇ ਇਹ ਕੀ ਹੋ ਗਿਆ, ਪੈਰਾਂ 'ਚ ਤਾਂ ਨਹੀਂ ਰੱਖੂਗਾ। ਕਹਿੰਦਾ ਰਾਮ ਸਿੰਘ ਪੱਗ ਤੂੰ ਵੀ ਲਾ ਲਾ, ਆਖੋ ਸਤਨਾਮ। ਨਾਲ ਦਿਆਂ ਨੂੰ ਖਤਰਾ ਪੈ ਗਿਆ, ਰਾਜਪੂਤਾਂ ਨੂੰ ਲੱਗਦਾ ਪੱਗਾਂ ਲਾ ਕੇ ਲੜਨਗੇ। ਇਹਦੀ ਰੌਲਾ ਹੀ ਹੈ ਨਾ। ਹੁਣ ਪੱਗ ਕਦੋਂ ਲਾਈ ਜਾਂਦੀ ਹੈ? ਸ਼ਾਇਦ ਤੁਸੀਂ ਪਿੱਛੇ ਕਥਾ 'ਚ ਸੁਣਿਆ ਹੋਵੇ, ਜਦੋਂ ਜਰਾਸੰਧ ਤੇ ਕ੍ਰਿਸ਼ਨ ਦੇ ਨਾਲ, ਭੀਮ ਦੇ ਨਾਲ ਯੁੱਧ ਹੋਇਆ, ਉਹਨੇ ਪੱਗ ਪਹਿਲਾਂ ਲਾਈ ਵੀ ਦੁਸ਼ਮਣ ਨਾ ਲਾ ਦੇ, ਨਹੀਂ ਲਾਣਾ ਆਪਣੀ। ਤੇ ਦੁਸ਼ਮਣ ਨੇ ਹੱਥ ਪਾ ਲਿਆ ਤੇ ਇੱਜ਼ਤ ਕਾਹਦੀ ਰਹਿ ਗਈ। ਜਦੋਂ ਕਹਿੰਦੇ ਦੋਨੇ ਬਾਦਸ਼ਾਹਾਂ ਨੇ ਪੱਗਾਂ ਲਾ ਦੀਆਂ ਇੱਕ ਵਾਰ, ਤੇ ਜਨਤਾ 'ਚ ਪ੍ਰਜਾ 'ਚ ਫਿਕਰ ਪੈ ਗਿਆ ਕਿਤੇ ਲੜੀ ਨਾ ਪੈਣ ਇਹ। ਫਿਰ ਕੀ ਹੋਇਆ? ਕਾਮਰੂਪ ਦੇਸ਼ ਦਾ ਬਾਦਸ਼ਾਹ ਕਹਿੰਦਾ ਅੱਜ ਤੂੰ ਆਪਾਂ ਪੱਗਾਂ ਵਟਾ ਕੇ ਪੱਗ ਵਟ ਯਾਰ ਤੇ ਭਰਾ ਬਣਨਾ, ਆਖੋ ਸਤਨਾਮ। ਇੱਕ ਦੂਜੇ ਦੀ ਪੱਗ ਸਿਰ ਤੇ ਰੱਖ ਲਈ, ਭਰਾ ਬਣ ਗਏ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ। ਭਰਤ ਪਰਸਪਰ ਮਧਰੇ ਬੈਨ, ਹਰਕਤ ਪਿਕਤ ਸਮੁਖ ਕਰ ਨੈਣ। ਕਹਿੰਦੇ ਫੇਰ ਆਪਣੇ ਆਪਣੀਆਂ ਥਾਵਾਂ ਤੇ ਬੈਠੇ ਮਹਾਰਾਜ ਕਹਿੰਦੇ ਰਾਮ ਸਿੰਘ ਤੂੰ ਭਾਈ ਤੂੰ ਵੀ ਸ਼ੁਰੂਆਤ ਕਰ ਲਾ ਕੋਈ। ਕਹਿੰਦਾ ਮਰਦ 7 ਬਚਨ। ਗੁਰੂ ਜੀ ਕਹਿੰਦੇ ਤੋਹਫੇ ਲੈ ਕੇ ਆ, ਜਿਹੜੇ ਲੈ ਕੇ ਆਏ ਆ ਕੀਮਤੀ ਕੀਮਤੀ ਤੋਹਫੇ। ਉਹਨੇ ਰਾਜਾ ਰਾਮ ਸਿੰਘ ਨੇ ਕਾਮਰੂਪ ਦੇਸ਼ ਦੇ ਬਾਦਸ਼ਾਹ ਨੂੰ ਭੇਟਾ ਕੀਤੀਆਂ, ਕਿ ਉਹਨੇ ਵੀ ਸਮਾਨ ਰੱਖਿਆ ਹੋਇਆ ਸੀ। ਇੱਕ ਦੂਜੇ ਦੀ ਹੌਸਲਾ ਅਫਜ਼ਾਈ ਕਰਦੇ ਨੇ। ਦੇਸ਼ ਕਾਮਰੂ ਕੇਰ ਨਰੇਸ਼, ਸਤਿਗੁਰ ਸੋ ਕਹਿ ਬਿਨੈ ਵਿਸ਼ੇਸ਼। ਜਦੋਂ ਕਹਿੰਦੇ ਥੋੜੀ ਦੇਰ ਬਾਅਦ ਸਭ ਕੁਝ ਲੈਣ ਦੇਣ ਹੋਇਆ, ਇੱਕ ਦੂਜੇ ਵੱਲ ਹੁਣ ਤੇ ਨਜ਼ਰਾਂ 'ਚ ਨਜ਼ਰਾਂ ਮਿਲਾ ਕੇ ਵੇਖਦੇ ਨੇ। ਪ੍ਰਜਾ ਵੀ ਖੁਸ਼, ਮੰਤਰੀ ਵੀ ਖੁਸ਼। ਕਹਿੰਦੇ ਸ਼ੁਕਰ ਹੈ ਵਿਪਤਾ ਟਲ ਗਈ। ਸਾਡੇ ਤੇ ਮੰਤਰ ਫੇਲ ਸੀ। ਅੰਦਰ ਤੇ ਪਤਾ ਹੀ ਹੁੰਦਾ ਨਾ ਬੰਦੇ ਨੂੰ ਵੀ ਸਾਡਾ ਕੀ ਕਮਜ਼ੋਰੀ ਵਾਲਾ ਕੰਮ ਹੈ। ਭਾਵੇਂ ਦੂਜੇ ਨੂੰ ਵੜਕਾ ਮਾਰੀ ਜਾਓ, ਵੀ ਮੇਰੇ ਨਾਲ ਪੰਗਾ ਲੈ ਕੇ ਵੇਖ, ਅੰਦਰ ਤੇ ਪਤਾ ਹੁੰਦਾ ਮੈਂ ਕਿੱਥੇ ਮਾਰ ਖਾਂਦਾ। ਕਾਮਰੂਪ ਦੇਸ਼ ਦਾ ਰਾਜਾ ਤੇ ਉਹਦੀ ਫੌਜ ਅੰਦਰੋਂ ਖੁਸ਼ੀ ਮਨਾਵੇ, ਸ਼ੁਕਰ ਹੈ ਜੰਗ ਨਹੀਂ ਹੋਇਆ, ਹੋ ਜਾਂਦਾ ਹਾਰ ਜਾਣਾ ਸੀ, ਕਿਉਂਕਿ ਮੰਤਰ ਤੇ ਫੇਲ ਹੋ ਗਏ ਸਾਡੇ। ਮੰਤਰ ਤੇ ਚੱਲਿਆ ਹੀ ਕੋਈ ਨਹੀਂ, ਫਿਰ ਤੇ ਹਾਰਨ ਦੀ ਨਿਸ਼ਾਨੀ ਸੀ ਨਾ। ਅੱਜ ਹਾਰ ਦੀ ਬਦੌਲਤ ਰਾਜ ਭਾਗ ਮਿਲਦਾ, ਸਭ ਕੁਝ ਮਿਲਦਾ ਹੈ। ਦੂਜੇ ਪਾਸੇ ਰਾਜਾ ਰਾਮ ਸਿੰਘ ਸ਼ੁਕਰ ਮਨਾਉਂਦਾ ਹੈ, ਕਹਿੰਦਾ ਸ਼ੁਕਰ ਹੈ ਪਰਮਾਤਮਾ ਸਤਿਗੁਰਾਂ ਦਾ ਮੇਰੀ ਜਾਨ ਬਚ ਗਈ, ਆਖੋ ਸਤਨਾਮ। ਦੂਜੀ ਮੈਨੂੰ ਜਿੱਤ ਮਿਲ ਗਈ, ਹੋਰ ਚਾਹੀਦਾ ਕੀ ਹੈ। ਕੋ ਇੱਕ ਚਿੰਨ ਆਪ ਅਬ ਜੀਜੈ, ਹਮ ਪਰ ਕਰਨਾ ਧਾਰ ਪ੍ਰਸੀਜੈ। ਕਾਮਰੂਪ ਦੇਸ਼ ਦਾ ਬਾਦਸ਼ਾਹ ਕਹਿੰਦਾ ਮਹਾਰਾਜ ਅਸੀਂ ਤੇ ਲੈਣਾ ਦੇਣਾ ਕਰ ਲਿਆ। ਮਰਦ ਕਹਿੰਦੇ ਫੇਰ? ਕਹਿੰਦੇ ਮਰਦ ਤੁਸੀਂ ਸਿੰਘਾਸਣ ਤੇ ਬੈਠੇ ਹੋ, ਤੁਸੀਂ ਵੀ ਤੇ ਦੋ ਕੁਛ, ਆਖੋ ਸਤਨਾਮ। ਆ ਮਿਲਣੀ ਕਰਾਈ ਹੈ, ਦੋਗੇ ਤੇ ਸਹੀ। ਮਰਦ ਹੱਸ ਕੇ ਕਹਿੰਦੇ ਭਾਈ ਵਿਚੋਲਿਆਂ ਨੂੰ ਮਿਲਦਾ ਹੁੰਦਾ ਹੈ। ਕਹਿੰਦੇ ਨਾ ਮਰਦ ਅਸੀਂ ਤੁਹਾਡੇ ਤੋਂ ਲੈਣਾ ਹੈ। ਉਲਟਾ ਰਵਾਜ। ਗੁਰੂ ਸਾਹਿਬ ਬੜੇ ਖੁਸ਼ ਹੋਏ, ਕਹਿੰਦੇ ਚੰਗਾ ਲੱਗਿਆ। ਇਹ ਗੱਲ ਕਿਹਨੇ ਆਖੀ? ਰਾਮ ਸਿੰਘ ਤੇ ਕਾਮਰੂਪ ਦੇਸ਼ ਦੇ ਬਾਦਸ਼ਾਹ ਦੋਨਾਂ ਨੇ ਇਕੱਠੀਆਂ ਹੀ ਕਿਹਾ, ਗੁਰੂ ਜੀ ਹੁਣ ਤੁਸੀਂ ਸਾਨੂੰ ਕੁਝ ਦੇ ਦਿਓ। ਬਾਦਸ਼ੀ ਪਨਹੀ ਕਹਿ ਹਮ ਦੇਹੂ, ਸਕਲ ਦੇਸ ਪੁਜਹਿਗੇ ਇਹੂ। ਸਤਿਗੁਰ ਕਹਿੰਦੇ ਸਾਡੇ ਕੋਲ ਗਰੀਬਾਂ ਕੋਲ ਕੀ ਹੈ ਦੇਣ ਨੂੰ, ਤੁਸੀਂ ਰਾਜੇ ਮਹਾਰਾਜੇ ਕਿਉਂ ਮਖੌਲਾਂ ਕਰਦੇ? ਹੁਣ ਕਿਉਂਕਿ ਹੱਸਣ ਦਾ ਵੇਲਾ ਹੈ, ਖੁਸ਼ੀ ਦਾ ਵੇਲਾ ਹੈ। ਬਾਦਸ਼ਾਹ ਕਹਿੰਦਾ ਮਹਾਰਾਜ ਅਸੀਂ ਕੀ ਮੰਗਣਾ ਹੈ? ਸਭ ਤੋਂ ਕੀਮਤੀ ਚੀਜ਼ ਦੇ ਦਿਓ ਆਪਣੀ। ਗੁਰੂ ਸਾਹਿਬ ਨੂੰ ਸੋਚੀ ਬਾਤ, ਆਖੋ ਸਤਨਾਮ। ਇਹ ਪ੍ਰੇਮ ਦੀਆਂ ਗੱਲਾਂ ਨੇ। ਮਰਦ ਕਹਿੰਦੇ ਭਾਈ ਸਾਡੇ ਕੋਲ ਕਿਹਾ ਵਸਤਰ ਨੇ, ਕੱਪੜੇ ਨੇ, ਹੋਰ ਤੇ ਹੈ ਨਹੀਂ। ਬਾਦਸ਼ਾਹ ਕਹਿੰਦਾ ਮਰਦ ਜਿਹੜਾ ਚਰਨਾਂ 'ਚ ਜੋੜਾ ਪਾਇਆ ਹੀ ਦੇ ਦਿਓ ਸਾਨੂੰ। ਗੁਰੂ ਜੀ ਕਹਿੰਦੇ ਵਾਹ ਓਏ ਹੁਣ ਜੁੱਤੀਆਂ ਵੀ ਲਵਾਉਣ ਲੱਗ ਗਏ, ਆਖੋ ਸਤਨਾਮ। ਹੁਣੇ ਵੀ ਲਵਾਉਂਗੇ? ਕਹਿੰਦੇ ਮਹਾਰਾਜ ਸਾਨੂੰ ਨਿਸ਼ਾਨੀ ਦੇ ਤੌਰ ਤੇ ਦੇ ਦਿਓ, ਸਾਡਾ ਸਾਰਾ ਦੇਸ਼ ਪੁੱਜੂਗਾ। ਗੁਰੂ ਜੀ ਕਹਿੰਦੇ ਬਾਦਸ਼ਾਹ ਤੂੰ ਪਹਿਲੀ ਵਾਰ ਸਾਡੇ ਤੋਂ ਕੁਝ ਮੰਗਿਆ। ਵੇਖੋ ਕਿੱਡਾ ਦਇਆ ਵਾਲਾ ਸੁਭਾਅ। ਆਪਾਂ ਨੂੰ ਕੋਈ ਕਹਦੇ ਨਾ ਵੀ ਆ ਜੁੱਤੀ ਦੇ ਦੇ,
ਸੋਚੀਦਾ ਹੈ ਵੀ ਤੇ ਪਿਊਮਾ ਦੇ ਸ਼ੂਜ਼ ਨੇ, ਨਾਈਕੀ ਦੇ ਨੇ, ਮੈਂ ਤੇ ਇੰਨੇ ਹਜ਼ਾਰ ਦੇ ਲਏ, ਕਿਉਂ ਮੰਗਦਾ? ਹੋਰ ਦਵਾ ਦਿਆਂਗਾ, ਇਹ ਨਹੀਂ ਦੇਣੇ ਤੈਨੂੰ। ਪਰ ਦੇਣ ਵਾਲੇ ਤਾਨੀ ਸੁਭਾਅ ਦੇ ਉਸੇ ਵੇਲੇ ਲਾ ਦਿੰਦੇ, ਜਾ ਚੁੱਕ ਸੱਜਣਾ, ਕੋਈ ਨਹੀਂ, ਰੱਬ ਸਾਨੂੰ ਹੋਰ ਦੂ, ਤੂੰ ਖੁਸ਼ ਰਹਿ। ਇਹ ਹੁੰਦਾ ਦਰਿਆ ਦੇ ਨਾਲ। ਮਰਦ ਨੇ ਚਰਨਾਂ ਚ ਜੋੜਾ ਲਾ ਲਿਆ, ਇਹ ਨਹੀਂ ਪੁੱਛਿਆ ਵੀ ਅਸੀਂ ਕੀ ਪਾਵਾਂਗੇ, ਚਰਨ ਨੰਗੇ ਸੀ। ਜੋੜਾ ਲਾ ਕੇ ਸਤਿਗੁਰਾਂ ਨੇ ਬਾਦਸ਼ਾਹ ਦੇ ਸਨਮੁਖ ਰੱਖ ਦਿੱਤਾ। ਆਪਰ ਵਸਤ ਕੈ ਜਿਉ ਇਸ ਦੇਸ਼, ਜਿਸ ਤੇ ਸ਼ਰਧਾ ਧਰੈ ਵਿਸ਼ੇਸ਼। ਤੇ ਬਾਦਸ਼ਾਹ ਨੇ ਜੋੜਾ ਚੁੱਕਿਆ, ਮੱਥੇ ਨਾਲ ਲਾਇਆ, ਬੜੇ ਸਤਿਕਾਰ ਨਾਲ ਥਾਲ ਚ ਰੱਖ ਲਿਆ। ਕਹਿੰਦਾ ਮਹਾਰਾਜ ਹੋਰ ਹੁਣ ਕੀ ਦਵੋਗੇ? ਆਖੋ ਸਤਿਨਾਮ। ਮਹਾਰਾਜ ਵੇਖਣ ਵੀ ਜੋੜਾ ਵੀ ਲਵਾ ਲਿਆ, ਹੋਰ ਇਹਨੂੰ ਕੀ ਦਈਏ? ਕਹਿੰਦਾ ਗੁਰੂ ਜੀ ਇਹ ਤੇ ਜੋੜਾ ਸਾਡੇ ਪਰਿਵਾਰ ਵਾਸਤੇ ਹੈ, ਸਾਡੀ ਪ੍ਰਜਾ ਵਾਸਤੇ ਵੀ ਤੇ ਦਓ ਕੁਛ। ਦੇਖੋ ਇਹ ਪ੍ਰੇਮ ਦੀਆਂ ਗੱਲਾਂ ਨੇ। ਅੱਜ ਵੀ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੇ ਪਿਆਰ ਵਿੱਚ ਮੰਗੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਗਾ। ਸਤਿਗੁਰ ਉਹੀ ਦਿੰਦੇ ਨੇ। ਮੰਗਣ ਵਾਲਿਆ ਤੂੰ ਦੁਖੀ ਹਿਰਦਾ ਕਰਕੇ ਮੰਗਦਾ, ਮਜਬੂਰ ਹੋ ਕੇ ਮੰਗਦਾ, ਵਕਤ ਦਾ ਮਾਰਿਆ ਜਾ ਬਣ ਕੇ ਮੰਗਦਾ। ਗੁਰੂ ਕੋਲ ਏਦਾਂ ਨਾ ਮੰਗਿਆ ਕਰ। ਜੇ ਮੰਗਣ ਦੀ ਆਇਆ ਤੇ ਗੁਰੂ ਨੂੰ ਆਪਣਾ ਬਣਾ ਕੇ ਮੰਗ ਲੈ। ਆਖੋ ਸਤਨਾਮ। ਮਰਦ ਮੈਂ ਤੇ ਤੇਰਾ ਹੀ ਆ, ਮੇਰਾ ਤੇਰੇ ਬਿਨਾਂ ਕੌਣ ਆ, ਮੈਨੂੰ ਹੁਣ ਆਹ ਦੇ ਦਿਓ। ਜਦੋਂ ਕੋਈ ਬੱਚਾ ਕੋਈ ਚੀਜ਼ ਖੁਸ਼ੀ ਨਾਲ ਮੰਗੇ ਤੇ ਮਾਪੇ ਵੀ ਸੋਚਦੇ ਨੇ ਖੁਸ਼ ਹੋ ਕੇ ਮੰਗਦਾ, ਇਹਨੂੰ ਲੈ ਦਿਓ। ਕੋਈ ਮੇਲੇ 'ਚ ਰੋ ਰੋ ਕੇ ਮੰਗੇ, ਕਹਿੰਦੇ ਛੱਡ ਪਰਾਂ, ਰੋਦਾ ਹੀ ਕੰਮ ਹੈ ਇਹਦਾ। ਆਖੋ ਸਤਨਾਮ। ਮੇਰਾ ਤੇ ਹਰ ਥਾਂ ਦੀ ਕੰਮ ਆ, ਮੈਨੂੰ ਆਹ ਲੈ ਦਿਓ, ਮੈਨੂੰ ਆਹ ਲੈ ਦਿਓ। ਬਸ ਆਹੀ ਕੰਮ ਸਿੱਖਦਾ। ਅੱਜ ਕਿਤੇ ਮੰਗ ਲਿਆ, ਕੱਲ ਕਿਤੇ ਮੰਗ ਲਿਆ, ਪਰਸੋਂ ਕਿਤੇ। ਉਹ ਸਿੱਖਾ ਜੇ ਤੇਰਾ ਭਰੋਸਾ ਕੇਵਲ ਪੂਰੇ ਸਤਿਗੁਰ ਤੇ, ਕਿਸੇ ਬਾਬੇ ਤੇ ਨਹੀਂ, ਕਿਸੇ ਸਾਧ ਤੇ ਨਹੀਂ, ਬਸ ਫੇਰ ਤੂੰ ਮੰਗੀ ਵੀ ਨਾ, ਸਤਿਗੁਰ ਆਪੀ ਦੇਈ ਜਾਣਗੇ। ਕਾਮਰੂਪ ਦੇਸ਼ ਦਾ ਬਾਦਸ਼ਾਹ ਕਹਿੰਦਾ ਮਹਾਰਾਜ ਕੁਝ ਹੋਰ ਦੇ ਦਿਓ। ਸਤਿਗੁਰਾਂ ਨੇ ਕਮਾਨ ਨੂੰ ਹੱਥ ਪਾ ਲਿਆ। ਬਾਦਸ਼ਾਹ ਡਰ ਗਿਆ ਕਿ ਤੀਰ ਤੂਰੀ ਨਾ ਮਾਰਨ, ਸਾਧੂਆਂ ਦਾ ਕੀ ਪਤਾ ਹੈ, ਅਸੀਂ ਜੋੜੇ ਲਵਾਲੇ ਚਰਨਾਂ ਚੋਂ। ਉਹ ਘਬਰਾਇਆ ਹੋਇਆ, ਮਨ ਵਿੱਚ ਖੌਫ ਪੈ ਗਿਆ। ਜਿਮ ਰਾਜਾ ਕੋ ਪ੍ਰੇਮ ਪਰੇਖਾ, ਕਿਰਪਾ ਦ੍ਰਿਸ਼ਟ ਤੇ ਤਿਸ ਕੋ ਦੇਖਾ। ਸਤਿਗੁਰਾਂ ਨੇ ਫੇਰ ਆਪਣਾ ਧਨਖ ਮੋਢੇ ਤੇ ਪਾ ਲਿਆ। ਬਾਦਸ਼ਾਹ ਦੇ ਸਾਹ ਮਸਾਂ ਮਸਾਂ ਸੈੱਟ ਹੋਏ ਵੀ ਹੋ ਕੇ ਗਿਆ। ਗੁਰੂ ਸਾਹਿਬ ਦੋਨਾਂ ਵੱਲ ਨਜ਼ਰ ਭਰ ਕੇ ਵੇਖਦੇ, ਕਦੇ ਰਾਜਾ ਰਾਮ ਸਿੰਘ ਦੀ ਤਰਫ, ਕਦੇ ਕਾਮਰੂਪ ਦੇਸ਼ ਦੇ ਬਾਦਸ਼ਾਹ ਵੱਲ। ਹੱਸ ਰਹੇ ਮਰਦ ਕਹਿੰਦੇ ਅੱਜ ਸੋਹਣੇ ਬੜੇ ਲੱਗਦੇ ਹੋ ਭਾਈ ਦੋਨੋਂ। ਅੱਜ ਦੋਨਾਂ ਦੀ ਜਿੱਤ ਹੋ ਗਈ। ਕਾਮਰੂਪ ਦੇਸ਼ ਦੇ ਬਾਦਸ਼ਾਹ ਤੇਰੀ ਜਿੱਤ ਔਰੰਗਜ਼ੇਬ ਤੇ ਹੋਈ, ਕਿਉਂਕਿ ਤੂੰ ਝੁਕਿਆ ਨਹੀਂ। ਉਹਨਾਂ ਸੱਚੀ ਝੁਕਿਆ ਨਹੀਂ, ਉਹ ਝੁਕਣ ਨਹੀਂ ਦਿੱਤਾ ਮਰਦ ਨੇ। ਦੂਜੇ ਪਾਸੇ ਮਰਦ ਕਹਿੰਦੇ ਰਾਮ ਸਿਆ ਤੇਰੀ ਜਿੱਤ ਇਸ ਕਰਕੇ ਹੋਈ, ਇਸ ਇਲਾਕੇ ਨੂੰ ਕਿਸੇ ਨੇ ਜਿੱਤਿਆ ਨਹੀਂ ਸੀ, ਕੋਈ ਦਰਿਆ ਨਹੀਂ ਸੀ ਟੱਪਿਆ, ਤੂੰ ਦਰਿਆ ਵੀ ਟੱਪ ਗਿਆ ਤੇ ਬਾਦਸ਼ਾਹ ਨਾਲ ਮਿੱਤਰ ਵੀ ਬਣਾ ਲਿਆ। ਮਿੱਤਰ ਮਿੱਤਰ ਨੂੰ ਲੁੱਟ ਲਈ, ਕੋਈ ਫਰਕ ਨਹੀਂ ਹੁੰਦਾ। ਆਖੋ ਸਤਨਾਮ। ਜਿੱਥੇ ਪਿਆਰ ਹੋਵੇ, ਮਿੱਤਰ ਕਹਿੰਦਾ ਸਾਰਾ ਕੁਝ ਹੀ ਤੇਰਾ ਹੈ। ਸੁਣ ਕੇ ਦੋਨੇ ਖੁਸ਼ ਹੋਏ। ਆ ਜੋ ਕੰਮ ਮੇਰੇ ਸਤਿਗੁਰਾਂ ਨੇ ਕੀਤਾ, ਚੈਲੰਜ ਆ ਦੁਨੀਆ ਤੇ ਕੋਈ ਨਹੀਂ ਕਰ ਸਕਦਾ। ਨਾ ਕੀਤਾ ਨਾ ਕਿਸੇ ਤੋਂ ਹੋਣਾ ਏ। ਸ੍ਰੀ ਗੁਰ ਆਪਣਾ ਧਨੁਖ ਸੰਭਾਰਾ, ਤਾਰਕਸ਼ ਤੇ ਇੱਕ ਬਾਰ ਨਿਕਾਰਾ। ਸਤਿਗੁਰ ਕਹਿੰਦੇ ਬਾਦਸ਼ਾਹ ਉਤਰਿਆ ਫਿਰ ਪਰਗੇ ਤੋਂ। ਮਰਦ ਆਪ ਉਤਰੇ, ਦਰਬਾਰ ਤੋਂ ਬਾਹਰ ਆ ਗਏ। ਸਤਿਗੁਰਾਂ ਨੇ ਮੋਢੇ 'ਚੋਂ ਧਨਖ ਤਾਰ ਲਿਆ, ਇੱਕ ਕੱਢ ਲਿਆ ਤਿੱਖਾ ਤੀਰ। ਹੁਣ ਬਾਦਸ਼ਾਹ ਸੋਚਦਾ ਮਰਦ ਕਰਨਗੇ ਕੀ, ਕਿਉਂਕਿ ਗੁਰੂ ਦੇ ਚੋਜ ਗੁਰੂ ਜਾਣਦਾ, ਕਿਸੇ ਨੂੰ ਪਤਾ ਨਹੀਂ। ਸਤਿਗੁਰਾਂ ਨੇ ਤਿੱਖਾ ਤਿਰਛਾ ਤੀਰ ਆਪਣੀ ਕਮਾਨ ਤੇ ਚਾੜਿਆ ਏ। ਧਰ ਕੈ ਜਿਹੇ ਕਾਨ ਲਗਤਾ ਨਾ, ਦੇਖਿਓ ਸਨਮੁਖ ਬਿਟਪ ਨਿਸ਼ਾਨਾ। ਸਤਿਗੁਰਾਂ ਨੇ ਫਿਰ ਉਹ ਤੀਰ ਕਮਾਨ ਤੇ ਚੜਾਇਆ ਤੇ ਕੰਨ ਤੱਕ ਖਿੱਚ ਲਿਆ। ਦੁਨੀਆ ਤੇ ਇਤਿਹਾਸ ਪੜ੍ਹਿਓ ਜੀ ਕਦੇ, ਕੰਨ ਤੱਕ ਤੀਰ ਜੇ ਖਿੱਚਦਾ ਸੀ ਸਿਰਫ ਇੱਕ ਅਰਜਨ ਖਿੱਚਦਾ ਸੀ। ਭਾਵੇਂ ਵੱਡੇ ਵੱਡੇ ਰਾਖਸ਼ ਹੋਏ, ਦੇਵਤੇ ਹੋਏ, ਕਿਸੇ ਦਾ ਤੀਰ ਕਮਾਨ ਤੋਂ ਕੰਨ ਤੱਕ ਨਹੀਂ ਸੀ ਜਾਂਦਾ, ਕਿਉਂਕਿ ਕਮਾਨ ਕਿੰਨੀ ਮਜ਼ਬੂਤ ਹੈ, ਕਿੰਨੇ ਟੰਕ ਦੀ, ਕਿੰਨੇ ਟਨ ਦੀ ਹੈ। ਅੱਜ ਵੀ ਕਮਾਨਾਂ ਪਈਆਂ ਵਿਦੇਸ਼ਾਂ 'ਚ ਤੇ ਸਾਡੇ ਦੇਸ਼ ਵਿੱਚ, ਕੋਈ ਨਹੀਂ ਖਿੱਚ ਸਕਦਾ, ਕਿਉਂਕਿ ਸਤਿਗੁਰ ਖਿੱਚਦੇ ਸੀ ਉਸ ਜ਼ੋਰ ਤੱਕ ਜਿੱਥੇ ਜਾ ਕੇ ਕਈ ਵਾਰ ਕਮਾਨ ਵੀ ਟੁੱਟ ਜਾਂਦੀ ਹੈ। ਮਰਦ ਨੇ ਕੰਨ ਤੱਕ ਤਾਣ ਕੇ ਕਮਾਨ ਖਿੱਚੀ। ਸਾਹਮਣੇ ਸਤਿਗੁਰਾਂ ਦੇ ਬਿਟਪ ਕਹੀਏ ਬੋੜ ਦਾ ਬ੍ਰਿਸ਼ ਸੀ, ਬਹੁਤ ਵੱਡਾ, ਉਹ ਕਈ ਫੁੱਟ ਚੌੜਾਈ ਹੈ, ਕਿਉਂਕਿ ਪੁਰਾਤਨ ਰੁੱਖ ਬੋੜ ਦੇ ਜਿੰਨੇ ਵੀ ਹੋਣਗੇ ਨਾ, ਉਹਨਾਂ ਦੀ ਚੌੜਾਈ ਬਹੁਤ ਜ਼ਿਆਦਾ ਹੁੰਦੀ ਹੈ।
सतगुरां ने तीर दा तिखा निशाना बोड़ दे तने वल मार दिता। जिसको ताकत नुखते त्याग्यो वडे बेग ते तरवर लाग्यो। कहते जिस वेले तीर सतगुरां ने छड्डिया वार ते खाली कदे नहीं जांदा। मर्ज दा तीर सी बहुत लंबा, बहुत वड्डा सी, काफी आकार विच। ਜਦੋਂ ਕੰਨ ਤੱਕ ਖਿੱਚ ਕੇ ਸਤਿਗੁਰਾਂ ਤੀਰ ਛੱਡਿਆ, ਕਹਿੰਦੇ ਬੜੀ ਸ਼ਰ ਕਰਦਾ ਉਹ ਤੀਰ ਜਾ ਕੇ ਬੋੜ ਦੇ ਬ੍ਰਿਸ਼ ਵਿੱਚ ਜਾ ਵੱਜਿਆ। ਇੱਧਰ ਕਮਾਨ 'ਚ ਤੀਰ ਚੜੇ ਹੀ ਦਿਸਦਾ ਤੇ ਛੁੱਟਿਆ ਤੇ ਦਿਖਿਆ ਹੀ ਨਹੀਂ ਕਿੱਥੇ ਗਿਆ, ਵੱਜਿਆ ਕਿੱਥੇ ਜਾ ਕੇ। ਲੋਕੀ ਵੇਖਦੇ ਰਹਿ ਗਏ। ਭਲਕਾ ਭਈ ਪਾਰ ਜਿਮ ਗਇਓ ਦੋ ਦਿਸ਼ ਤਨਕ ਤਨਕ ਦਿਖ ਭਇਓ। ਥੋੜੀ ਦੇਰ ਬਾਅਦ ਜਦੋਂ ਸਭ ਦਾ ਧਿਆਨ ਪਿਆ, ਵੇਖ ਕੇ ਹੈਰਾਨ, ਕਹਿੰਦੇ ਮਰਦ ਦਾ ਛੱਡਿਆ ਹੋਇਆ ਤੀਰ ਬ੍ਰਿਸ਼ ਨੂੰ ਪਾਰ ਕਰ ਗਿਆ। ਅੱਧਾ ਇਸ ਪਾਸੇ ਤੇ ਅੱਧਾ ਰੁੱਖ ਦੇ ਦੂਜੇ ਪਾਸੇ। ਆਖੋ ਸਤਨਾਮ। ਮੂੰਹ ਉਹਦਾ ਦੂਜੇ ਪਾਸੇ ਦਿਸਦਾ ਹੈ ਤੇ ਬਾਗੜਾ ਇੱਕ ਪਾਸੇ ਖੰਭ ਦੇ ਲੱਗੇ ਦਿਸਦੇ, ਬਾਕੀ ਸਾਰਾ ਉਹਦੇ ਵਿੱਚ ਹੈ। ਹੁਣ ਗੱਲ ਸਮਝ ਨਹੀਂ ਆ ਰਹੀ ਹੈ ਕੀ ਹੈ ਇਹ 'ਚ ਗੁੱਜੇ ਭੇਦ ਸੀ। ਜੋ ਸਤਿਗੁਰਾਂ ਨੇ ਤੀਰ ਮਾਰਿਆ ਨਾ, ਇਹ ਪੱਕਾ ਰਾਜ ਦੋਨਾਂ ਨੂੰ ਹੀ ਦੇਤਾ। ਆਖੋ ਸਤਨਾਮ। ਕਿਉਂਕਿ ਬ੍ਰਿਸ਼ ਵਿੱਚ ਵੱਜਿਆ ਤੀਰ ਥੋੜਾ ਨਿਕਲੂ ਜਿੰਨੀ ਦੇਰ ਚੀਰਦੇ ਨਹੀਂ। ਇੱਕ ਪਾਸਾ ਇੱਧਰ ਹੈ, ਦੂਜਾ ਪਾਸਾ ਉੱਧਰ ਹੈ। ਇੱਧਰ ਵਾਲਿਆਂ ਦਾ ਹੁਕਮ ਉੱਧਰ ਦੀ ਚੱਲਣਾ, ਉਹਨਾਂ ਦਾ ਇੱਧਰ ਨਹੀਂ ਚੱਲਣਾ। ਤੀਰ ਇੱਕ ਬ੍ਰਿਸ਼ ਵਿੱਚ ਹੈ ਦੋਨੇ ਪਾਸੇ ਸਾਂਝਾ। ਇੱਧਰ ਦਾ ਰਾਜ ਇੱਧਰ ਤੇ ਇੱਧਰ ਦਾ ਇੱਧਰ ਰਹਿ ਜਾਏਗਾ। ਜਿਵੇਂ ਰੁੱਖ ਦੇ ਤਣੇ ਵਿੱਚ ਤੀਰ ਮਰਦ ਕਹਿੰਦੇ ਯਾਰੀ ਪੱਕੀ ਏਦਾਂ ਰਹੂ। ਆਖੋ ਸਤਨਾਮ। ਇੱਥੇ ਨੁਕਸਾਨ ਨਹੀਂ ਹੋਣਾ, ਕੋਈ ਚੜ ਕੇ ਆਏਗਾ ਨਹੀਂ। ਸਤਿਗੁਰ ਕਹਿਓ ਜਿਨ ਇਹ ਥਾਨ ਪੂਜੈ ਸਗਰੇ ਸਰਦਾ ਠਾਨ। ਸਤਿਗੁਰ ਕਹਿੰਦੇ ਬਾਦਸ਼ਾਹ ਤੂੰ ਕਹਿੰਦਾ ਸੀ ਮੇਰੀ ਪ੍ਰਜਾ ਵਾਸਤੇ ਕੋਈ ਨਿਸ਼ਾਨੀ ਚਾਹੀਦੀ। ਗੁਰੂ ਸਾਹਿਬ ਕਹਿੰਦੇ ਆ ਨਿਸ਼ਾਨੀ ਦੇ ਚੱਲੇ, ਇਹਨੇ ਇੱਥੇ ਹੀ ਰਹਿਣਾ ਹੈ। ਤੇਰੀ ਪ੍ਰਜਾ ਇਸ ਰੁੱਖ ਨੂੰ ਪੂਜੇਗੀ। ਅੱਜ ਸਾਡੇ ਸਿੱਖੀ ਵਾਲੇ ਕੁਝ ਗੱਲਾਂ ਕਰਦੇ ਨੇ। ਵੇਖੋ ਜੀ, ਸਿੱਖੀ 'ਚ ਦਰਖਤਾਂ ਦੀ ਪੂਜਾ ਮੰਨੇ, ਪੱਥਰਾਂ ਦੀ ਪੂਜਾ ਮੰਨੇ, ਪਰ ਇੱਕ ਗੱਲ ਯਾਦ ਰੱਖਿਓ, ਜਿਸ ਮੰਜੀ ਤੇ ਮੇਰੇ ਸਤਿਗੁਰਾਂ ਦਾ ਪ੍ਰਕਾਸ਼, ਉਸ ਮੰਜੀ ਨੂੰ ਮੰਜੀ ਸਾਹਿਬ ਕਿਹਾ ਜਾਂਦਾ ਹੈ। ਦੁਕਾਨ ਤੇ ਚੌਰ ਮਿਲਦਾ ਨਾ, ਕੱਲੇ ਰੁਮਾਲੇ ਮਿਲਦੇ ਨੇ ਨਾ। ਜਦੋਂ ਸਤਿਗੁਰਾਂ ਨਾਲ ਸਪਰਸ਼ ਹੋ ਗਈ ਕੀ ਕਹਿੰਦੇ ਹੋ ਤੁਸੀਂ? ਰੁਮਾਲਾ ਸਾਹਿਬ। ਇਦਾਂ ਹੀ ਬੋਲਦੇ ਆ ਨਾ, ਇਹ ਥੜਾ ਸਾਹਿਬ। ਤੇ ਜਿਸ ਰੁੱਖ ਦੇ ਹੇਠਾਂ ਮੇਰੇ ਸਤਿਗੁਰ ਬੈਠ ਜਾਣ, ਉਹ ਰੁੱਖ ਵੀ ਤੇ ਫਿਰ ਸਾਹਿਬ ਦਾ ਹੀ ਹੋਇਆ ਨਾ, ਮਾਲਕ ਦਾ ਹੋਇਆ। ਜਿਸ ਥਾਂ ਤੇ ਸਤਿਗੁਰ ਬੈਠਣ, ਉਸ ਰੁੱਖ ਨੂੰ ਵੀ ਨਮਸਕਾਰ ਹੈ। ਕੋਈ ਉਸ ਧਰਤੀ ਨੂੰ ਵੀ ਜ਼ਮਾਨਾ ਪੂਜਦਾ ਹੈ। ਕਦੇ ਉਸ ਰੁੱਖ ਨੇ ਵੀ ਸਤਿਗੁਰਾਂ ਦਾ ਨਿੱਘ ਮਾਣਿਆ ਹੋਣਾ। ਆਖੋ ਸਤਨਾਮ। ਮਰਦ ਕਹਿੰਦੇ ਮੱਥਾ ਟੇਕਿਓ, ਇਹਨੂੰ ਨਮਸਕਾਰ ਕਰਿਓ। ਪਰਮਾਤਮਾ ਦਾ ਰੂਪ ਜਾਣ ਕੇ ਕੋਈ ਭੇਦ ਨਾ ਰੱਖਿਓ। ਵਿਗਨ ਦੇਸ਼ ਮੈਂ ਜੇ ਹੋਏ ਜਾਵੇ ਇਸਕੋ ਮਨ ਹੋ ਤੁਰੰਤ ਮਿਟਾਵੇ। ਬਾਦਸ਼ਾਹ ਜਦੋਂ ਤੇਰੇ ਦੇਸ਼ ਵਿੱਚ ਕੋਈ ਵਿਘਨ ਪੈ ਜੇ, ਕੋਈ ਮੁਸੀਬਤ ਪੈ ਜੇ, ਇੱਥੇ ਆ ਕੇ ਅਰਦਾਸ ਕਰ ਲਈ। ਸਾਖਸ਼ਾਤ ਰੂਪ ਸੀ ਸਤਿਗੁਰਾਂ ਦਾ। ਕੰਮ ਤੇ ਬਚਨਾਂ ਨੇ ਕਰਨਾ ਹੁੰਦਾ, ਕੰਮ ਨਾ ਤੀਰਾਂ ਨੇ ਕਰਨਾ, ਨਾ ਦਰਖਤਾਂ ਨੇ ਕਰਨਾ। ਅੱਜ ਵੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਵੇਖੋਗੇ ਕਿ ਸ਼ੀਸ਼ਾ ਪਿਆ, ਜਿਸ ਸ਼ੀਸ਼ੇ ਵਿੱਚ ਦਸ਼ਮੇਸ਼ ਪਿਤਾ ਆਪ ਦਸਤਾਰ ਬੰਨ੍ਹਦੇ ਸੀ। ਦਮਦਮਾ ਸਾਹਿਬ ਦੀ ਧਰਤੀ ਤੇ ਪਿਆ। ਇੱਕ ਦਿਨ ਮਹਾਰਾਜ ਨੇ ਸਹਿਜ ਸੁਭਾਅ ਬਚਨ ਕੀਤਾ। ਕਹਿੰਦੇ ਸਿੱਖੋ, ਦੁਨੀਆ ਤੇ ਜਿਨ੍ਹਾਂ ਨੂੰ ਸਰਵਾਈਕਲ ਹੋ ਜੇ ਜਾਂ ਬੜੇ ਤਰ੍ਹਾਂ ਦੀਆਂ ਬਿਮਾਰੀਆਂ, ਪਾਸਾ ਰੁਕ ਜੇ ਜਾਂ ਮੂੰਹ ਵਿੰਗਾ ਹੋ ਜੇ, ਗੁਰੂ ਜੀ ਕਹਿੰਦੇ ਇਸ ਸ਼ੀਸ਼ੇ ਨੂੰ ਵੇਖ ਕੇ ਉਹ ਛੋਲੇ ਚਣੇ ਚਬਾਲੇ 15-20 ਦਿਨਾਂ ਚ ਉਹਨੇ ਸਿੱਧਾ ਹੋ ਜਾਣਾ। ਆਖੋ ਸਤਨਾਮ। ਵਿੰਗੇ ਮੂੰਹ ਲਕਵੇ ਦੇ ਸਿੱਧੇ ਹੋ ਰਹੇ ਨੇ ਜਾ ਕੇ। ਵੇਖੋ ਤੇ ਸਹੀ। ਹੁਣ ਜੇ ਗੱਲ ਕਰੀਏ ਸ਼ੀਸ਼ਿਆਂ ਦੀ, ਸ਼ੀਸ਼ੇ ਆਪਣੇ ਥੋੜੇ ਲੱਗੇ ਘਰਾਂ 'ਚ। ਵਿਦੇਸ਼ਾਂ ਚੱਲ ਜਾਓ, 에ਅਰਪੋਰਟ ਚਲੇ ਜਾਓ, ਬੱਸ ਸਟੈਂਡ ਚਲੇ ਜਾਓ, ਸ਼ੀਸ਼ਾ ਹੀ ਸ਼ੀਸ਼ਾ। ਬਿਲਡਿੰਗਾਂ, ਆਫਿਸਾਂ ਚਲੇ ਜਾਓ, ਥਾਂ ਲੱਗੇ ਨੇ, ਮਹਿੰਗੇ ਤੋਂ ਮਹਿੰਗੇ। ਹੁਣ ਉਹ ਸ਼ੀਸ਼ੇ ਨੂੰ ਸੰਗਤਾਂ ਅੱਜ ਵੀ ਮੱਥਾ ਟੇਕਦੀਆਂ ਨੇ, ਕਿਉਂਕਿ ਮੇਰੇ ਸਤਿਗੁਰ ਦਸਤਾਰ ਬੰਨ੍ਹਦੇ ਸੀ। ਉਹ ਸ਼ੀਸ਼ਾ ਸਾਹਿਬ ਹੋ ਗਿਆ। ਤੇ ਉਹ ਸ਼ੀਸ਼ੇ ਵਿੱਚ ਅੱਜ ਵੀ ਜਿਹਨੂੰ ਲਕਵੇ ਦਾ ਰੋਗ ਹੋਇਆ ਹੋਵੇ ਨਾ, ਕੋਈ ਵੀ ਉੱਥੇ ਜਾ ਕੇ ਜੋ ਜੋ ਮਰਦ ਨੇ ਕਿਹਾ ਉਹਨਾਂ ਚੀਜ਼ਾਂ ਨੂੰ ਫੋਲੋ ਕਰਦਾ, ਜਿਹੜਾ ਬੰਦਾ ਠੀਕ ਹੋ ਜਾਂਦਾ ਹੈ। ਗੱਲ ਬਚਨ ਦੀ ਹੈ। ਅੱਜ ਸਿੱਖ ਬਚਨਾਂ ਤੋਂ ਮੁਨਕਰ ਹੋ ਗਏ। ਅਸੀਂ ਗੁਰਦੁਆਰੇ 'ਚ ਮੱਥਾ ਜ਼ਰੂਰ ਟੇਕਦੇ ਹਾਂ, ਸਾਡਾ ਇਤਿਹਾਸ ਨਾਲ ਮਤਲਬ ਕੋਈ ਨਹੀਂ, ਸਾਡਾ ਸਤਿਗੁਰਾਂ ਨਾਲ ਪ੍ਰੇਮ ਕੋਈ ਨਹੀਂ। ਸਿਰਫ ਅਸੀਂ ਤੇ ਮੱਥਾ ਟੇਕਿਆ ਘਰ ਚਲੇ ਗਏ। ਪ੍ਰੇਮ ਸਾਡਾ ਘਟਿਆ ਕਿਉਂ? ਇਹ 'ਚ ਤੁਹਾਡਾ ਕਸੂਰ ਨਹੀਂ। ਸਾਡੇ ਵਰਗੇ ਲੋਕਾਂ ਨੇ ਵੇਖਿਆ ਵੀ ਤੇ ਜਨਤਾ ਮੂਰਖਾਂ ਦੀ ਹੈ। ਜੋ ਕਹਾਂਗੇ ਉਹੀ ਮੰਨਣਗੇ। ਆਖੋ ਸਤਨਾਮ। ਉਹੀ ਮੰਨਣਗੇ। ਉਹਨਾਂ ਲੋਕਾਂ ਨੇ ਇਹੋ ਜਿਹੇ ਵਹਿਮ ਭਰਮ ਸਾਡੇ 'ਚ ਪਾਤੇ ਸੀ, ਸਾਡੀ ਤੇ ਗੁਰਦੁਆਰੇ ਬਹਿ ਕੇ ਸ਼ਰਧਾ ਨਹੀਂ ਬਣਦੀ।
ਕੀਰਤਨ ਸੁਣਦੇ ਆ, ਕੀਰਤਨ ਘੱਟ ਸੁਣੀਦਾ, ਰਾਗੀ ਨੂੰ ਵੱਧ ਵੇਖੀਦਾ। ਵੀ ਵੇਖਦਾ ਕਿੱਧਰ ਹੈ, ਮਾਇਆ ਕਣੀ ਕਿ ਵਾਜੇ ਕਣੀ, ਇਹੀ ਦੇਖਦੇ ਹੋ ਨਾ ਜੀ। ਕੋਈ ਕਥਾਵਾਚਕ ਕਥਾ ਕਰਦਾ ਹੀ ਵੇਖਦੇ ਵੀ ਕਿੱਧਰ ਤੱਕਦਾ ਹੈ, ਕੀ ਬੋਲਦਾ ਹੈ, ਇਹ ਕੀ ਕਰਦਾ ਹੈ। ਜੇ ਆਹੀ ਖਿਆਲ ਬਣੇ ਰਹਿ ਗਏ ਕੁਛ ਨਹੀਂ ਖੱਟ ਸਕਦੇ। ਆਖੋ ਸਤਨਾਮ। ਕੋਈ ਕਰਨ ਵਾਲੇ ਨੇ ਕਥਾ ਕੀਰਤਨ ਕਰਕੇ ਮਾਫੀ ਮੰਗ ਲਈ ਵੀ ਸੰਗਤ ਜੀ ਸਤਿਗੁਰ ਜੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲਿਓ, ਅਣਜਾਣ ਅਸੀਂ, ਕੋਈ ਉਹ ਤੇ ਮਾਫ ਹੋ ਗਿਆ। ਜੇ ਗਲਤੀ ਕਰੂਗਾ ਵੀ ਕੋਈ ਤੇ ਭਲਿਆ ਜਿਹੜਾ ਤੂੰ ਬੈਠਾ ਉਗਣ ਕੱਢੀ ਜਾਣਾ, ਤੈਨੂੰ ਕਿਹੜਾ ਰੱਬ ਮਾਫ ਕਰੂਗਾ। ਆਖੋ ਸਤਨਾਮ। ਕਿਹੜਾ ਬਖਸ਼ੂ ਤੈਨੂੰ। ਸਤਿਗੁਰ ਕਹਿੰਦੇ ਤੁਹਾਡੇ ਮਨ ਚ ਕੋਈ ਵਿਗਨ ਹੋਵੇ, ਕੋਈ ਖਿਆਲ ਐਸਾ ਹੋਵੇ ਰਾਜਨ, ਇੱਥੇ ਆ ਕੇ ਮੱਥਾ ਟੇਕ ਲਿਓ। ਜੋ ਬਾਛੈ ਫਲ ਕਿਸ ਬਿਦ ਕੋਏ, ਇਸੈ ਪੂਜੈ ਸੋ ਪ੍ਰਾਪਤ ਹੋਏ। ਇਸ ਰੁੱਖ ਦੀ ਪੂਜਾ ਸਾਡਾ ਰੂਪ ਜਾਣ ਕੇ ਕਰਿਓ, ਜੋ ਮੰਗੋਗੇ ਮਿਲ ਜਾਏਗਾ। ਹੁਣ ਬਾਦਸ਼ਾਹ ਦੇ ਮਨ ਚ ਇੱਕ ਖਿਆਲ ਸੀ ਵੀ ਮੇਰੀ ਬੜੀ ਕੀਮਤੀ ਕਟਾਰ ਤੇ ਸਤਿਗੁਰਾਂ ਨੇ ਰੱਖ ਲਈ। ਆਖੋ ਸਤਨਾਮ। ਅੰਦਰ ਸੀ ਖਿਆਲ, ਕਹਿੰਦਾ ਨਹੀਂ ਸੀ। ਵੱਡੇ ਵੱਡੇ ਲੋਕ ਪਿਆਰ ਕਰਨ ਵਾਲੇ ਭਰਾ ਨੂੰ ਭਰਾ ਕਹਿੰਦਾ ਨਹੀਂ ਹੁੰਦਾ, ਉਹਨੂੰ ਪਤਾ ਹੁੰਦਾ ਵੀ ਆ ਮੇਰੇ ਵਾਲੀ ਜ਼ਮੀਨ ਹੈ, ਪਲਾਉ ਇਹਨੇ ਦੱਬਿਆ ਹੋਇਆ, ਮੈਂ ਕੀ ਕਹਾਂ ਇਹਨੂੰ, ਭਰਾ ਹੀ ਨਾਰਾਜ਼ ਹੋ ਜੂ। ਮਨ ਚ ਖਿਆਲ ਆਇਆ ਕਿ ਸਤਿਗੁਰਾਂ ਨੇ ਪੱਗ ਵੀ ਮੋੜਤੀ, ਚੋਲਾ ਵੀ ਮੋੜਤਾ, ਸਰੂਪਾ ਵੀ ਦੇਤਾ, ਕਟਾਰ ਤੇ ਗੁਰੂ ਸਾਹਿਬ ਨੇ ਰੱਖ ਲਈ। ਕਿਉਂ ਰੱਖੀ ਇਹਦਾ ਕਾਰਨ ਕਿਸੇ ਨੂੰ ਪਤਾ ਨਹੀਂ। ਦਿਵਸ ਆਜ ਕੇ ਕੀਜੈ ਮਿਲਾ, ਸ਼ਕਲ ਦੇਸ਼ ਨਰ ਕਰੋ ਸਕੇਲਾ। ਸਤਿਗੁਰਾਂ ਨੇ ਕਿਹਾ, ਕਹਿੰਦੇ ਬਾਦਸ਼ਾਹ ਅੱਜ ਦਾ ਦਿਨ ਆਪਣੀ ਕਾਪੀ ਤੇ ਨੋਟ ਕਰ ਲੈ ਡੈਰੀ ਤੇ, ਅੱਜ ਦੇ ਦਿਨ ਇੱਥੇ ਮੇਲਾ ਲਾਈ, ਤੇਰਾ ਸਾਰਾ ਦੇਸ਼ ਆ ਕੇ ਝੁਕੂਗਾ। ਆਖੋ ਸਤਨਾਮ। ਗੁਰਮੁਖੋ ਅੱਜ ਤੋਂ ਕਈ ਸਾਲ ਪਹਿਲਾਂ ਬ੍ਰਿਸ਼ ਸੀ, ਸਮੇਂ ਦੀਆਂ ਸਨਾਤਨੀ ਸਰਕਾਰਾਂ ਨੇ ਪੁੱਟ ਦਿੱਤਾ। ਕਿਉਂਕਿ ਮਹਾਤਮਾ ਬੁੱਧ ਜੀ ਨੇ ਜਿੱਥੇ ਤਪ ਕੀਤਾ, ਹੁਣ ਤੇ ਉਹ ਰੁੱਖ ਵੱਢਣ ਦੀਆਂ ਤਿਆਰੀਆਂ ਵੀ ਚੱਲਦੀਆਂ। ਲੋਕੀ ਉਹਨੂੰ ਯਾਦ ਨਾ ਕਰਨ, ਚੇਤਾ ਨਾ ਕਰਨ, ਇੱਥੇ ਸਾਡਾ ਹੀ ਧਰਮ ਹੋਵੇ। ਉਹ ਰੰਗ ਦੇ ਵਾਲੀ ਨੀਤੀ ਅੱਜ ਵੀ ਚੱਲ ਰਹੀ ਹੈ, ਅੱਜ ਵੀ ਲਾਗੂ ਹੈ। ਉਹ ਕਹਿੰਦਾ ਸੀ ਮੈਂ ਮੁਸਲਮਾਨ ਬਣਾਉਣਾ ਹੈ, ਹੁਣ ਇਹ ਰੌਲਾ ਪਾਈ ਜਾਂਦੇ, ਕਹਿੰਦੇ 2030 ਤੱਕ ਇੱਥੇ ਹਿੰਦੁਸਤਾਨ ਚ ਸਿੱਖ ਨਹੀਂ ਦਿਖੂ, ਬੋਧੀ ਨਹੀਂ ਦਿਖੂ, ਜੈਨੀ ਨਹੀਂ ਦਿਖੂ, ਮੁਸਲਮਾਨ ਨਹੀਂ ਦਿਖੂ, ਹਿੰਦੂ ਬਣਾ ਦੇਾਂਗੇ, ਹਿੰਦੂ ਰਾਸ਼ਟਰ। ਪੈਂਦਾ ਨਾ ਰੌਲਾ। ਮਾਫ ਕਰਿਓ, ਜਿਹੜੀ ਚੀਜ਼ ਦਾ ਬੀਜ ਬੀਜਿਆ ਜਾਏ ਨਾ, ਉਹ ਕਦੇ ਫਸਲ ਮੁੱਕਦੀ ਨਹੀਂ ਹੁੰਦੀ। ਆਖੋ ਸਤਨਾਮ। ਨਾ ਇਸ ਧਰਤੀ ਤੋਂ ਮੁਸਲਮਾਨ ਧਰਮ ਖਤਮ ਹੋਣਾ, ਨਾ ਸਿੱਖ ਧਰਮ ਖਤਮ ਹੋਣਾ, ਇਹ ਨਹੀਂ ਖਤਮ ਹੋਣੇ। ਰੱਬ ਦੇ ਆਪ ਲਾਏ ਹੋਏ, ਆਪ ਚਲਾਏ ਹੋਏ। ਕਿਉਂਕਿ ਮੁਸਲਮਾਨ ਧਰਮ ਦੇ ਸਭ ਤੋਂ ਵੱਡੇ ਰਹਿਬਰ ਗੁਰੂ ਨਾਨਕ ਸਾਹਿਬ ਹੀ ਨੇ, ਹੋਰ ਨਹੀਂ ਕੋਈ ਹੈ। ਮੁਹੰਮਦ ਸਾਹਿਬ ਵੀ ਗੁਰੂ ਨਾਨਕ ਸਾਹਿਬ ਨੂੰ ਚਰਨਾਂ ਤੇ ਮੱਥਾ ਟੇਕਦੇ ਨੇ, ਉਹਨਾਂ ਦੀ ਕਬਰ ਨੇ ਟੇਕਿਆ। ਇਸਲਾਮ ਨਾਨਕ ਸ਼ਾਹ ਫਕੀਰ ਨੂੰ ਆਪਣਾ ਅੱਲਾਹ ਤਾਲਾ ਮੰਨਦਾ ਹੈ। ਮੁਹੰਮਦ ਸਾਹਿਬ ਨੂੰ ਖੁਦਾ ਨਹੀਂ ਕਹਿੰਦੇ। ਉਹ ਸਿੱਖ ਧਰਮ ਦੇ ਗੁਰੂ ਵੀ ਗੁਰੂ ਨਾਨਕ ਸਾਹਿਬ ਮਹਾਰਾਜ। ਫਿਰ ਕੋਈ ਖਤਮ ਕਰ ਲੈ ਕਹਿੰਦਾ ਧਰਮ ਕਹਿਣ ਦੀਆਂ ਗੱਲਾਂ ਨੇ ਸੁਣ ਕੇ ਅਸੀਂ ਡਰ ਜਾਂਦੇ ਹਾਂ। ਹੋਣਾ ਕੁਛ ਨਹੀਂ। ਉਹ ਜਿਸ ਦਸ਼ਮੇਸ਼ ਪਿਤਾ ਨੇ ਇਹ ਬਾਗ ਲਾਇਆ, ਪਾਣੀ ਦੇਣ ਵਾਲਾ ਆਪ ਬੈਠੇ, ਕਿਸੇ ਦੀ ਕੀ ਮਜ਼ਾਲ ਹੈ ਕੋਈ ਤਾਰ ਟੱਪ ਕੇ ਅੰਦਰ ਆ ਜਾਏ। ਆਖੋ ਸਤਨਾਮ। ਉਹ ਵਾਲੀ ਬੈਠਾ। ਪਰ ਸਾਡੇ ਵੀ ਕੁਝ ਫਰਜ਼ ਨੇ, ਕੌਮ ਪ੍ਰਤੀ, ਧਰਮ ਪ੍ਰਤੀ, ਗੁਰੂ ਘਰ ਪ੍ਰਤੀ, ਆਪਣੇ ਜੀਵਨ ਪ੍ਰਤੀ। ਅਸੀਂ ਉਹ ਫਰਜ਼ਾਂ ਤੋਂ ਅਵੇਸਲੇ ਹੋ ਗਏ। ਇਹ ਚ ਗੁਰੂ ਦਾ ਕਸੂਰ ਨਹੀਂ, ਕਸੂਰ ਸਾਡੇ। ਸਤਿਗੁਰ ਕਹਿੰਦੇ ਇੱਥੇ ਮੇਲਾ ਲਾ ਕੇ ਸੰਗਤਾਂ ਦੇ ਵਿੱਚ ਸਤ ਸੰਗ ਕਰਿਓ। ਮਾਨੋ ਮਹਾ ਮਹਾਤਮ ਪਾਵੋ, ਧੂਪ ਦੀਪ ਨਿਵੇਦ ਚੜਾਵੋ। ਭਾਈ ਇੱਥੇ ਧੂਪਾਂ ਲਾਇਓ, ਦੀਵੇ ਜਗਾਇਓ। ਇਹ ਸਭ ਆਸਥਾ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਕੋਈ ਵਹਿਮ ਭਰਮ ਨਹੀਂ ਹੁੰਦਾ। ਪੁਰਾਤਨ ਸਮੇਂ 'ਚ ਧੂਫਾਂ ਲੱਗਦੀਆਂ ਸੀ, ਉਦੋਂ ਸੁਗੰਧੀਆਂ ਦੇਸੀ ਤਰੀਕੇ ਦੀਆਂ ਸੀ। ਅੱਜ ਪਰਫਿਊਮ, ਸੈਂਟ ਸਭ ਕੁਝ ਆਇਆ ਹੋਇਆ, ਇਹ ਵੀ ਲੋਕ ਯੂਜ਼ ਕਰਦੇ ਨੇ। ਗੁਰਮੁਖੋ, ਇਹ ਚੀਜ਼ਾਂ ਹੁੰਦੀਆਂ ਮਾਹੌਲ ਨੂੰ ਸਵੱਛ ਬਣਾਉਣ ਵਾਸਤੇ, ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਜੋਤਾਂ ਜਗਦੀਆਂ ਕਾਹਦੇ ਲਈ ਹੁੰਦੀਆਂ? ਅੱਜ ਸਾਡੇ ਸਿੱਖਾਂ 'ਚ ਰੌਲਾ ਕੀ ਜੋਤ ਨਹੀਂ ਜਗਾਉਣੀ ਚਾਹੀਦੀ ਜੀ। ਹਰਮੰਦਰ ਸਾਹਿਬ ਹੁਣ ਤੱਕ ਜਗ ਰਹੀਆਂ ਨੇ, ਗੁਰਦੁਆਰਾ ਦੂਖਨਿਵਾਰ ਸਾਹਿਬ ਪਟਿਆਲੇ ਹੁਣ ਤੱਕ ਜਗ ਰਹੀਆਂ। ਕਿਉਂ? ਕਿਉਂਕਿ ਵਿੱਚ ਕਈ ਡਾਂਗ ਵਾਲੇ ਵੀ ਬੈਠੇ ਤਾਂ ਡਰਦੇ ਲਾਈ ਬੈਠੇ। ਆਖੋ ਸਤਨਾਮ। ਨਹੀਂ, ਭਜਾਉਣ ਵਾਲਿਆਂ ਨੇ ਤੇ ਕਸਰ ਕੋਈ ਨਹੀਂ ਛੱਡੀ। ਕਹਿੰਦੇ ਜੀ ਪੰਡਤਾਂ ਦੇ ਮੰਦਿਰ 'ਚ ਚੱਲਦਾ ਸਾਰਾ ਕੁਝ। ਨਾਰੀਅਲ ਪੰਡਤਾਂ ਦੇ ਮੰਦਿਰ ਵਿੱਚ ਨੇ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਕੋਲ ਵੀ ਨੇ। ਆ ਕਿਰਪਾਨਾਂ ਹਿੰਦੂ ਵੀਰ ਵੀ ਪਾਈ ਫਿਰਦੇ ਤੇ ਸਿੱਖਾਂ ਨੇ ਵੀ ਪਾਈਆਂ। ਇਹ ਦੇ ਦਿਓ ਉਹਨਾਂ ਨੂੰ, ਫਿਰ ਉਹ ਵੀ ਚੱਕ ਕੇ ਨਾਰੇ ਲਾਉਂਦੇ ਨੇ। ਕਿਰਪਾਨਾਂ, ਕਿਰਪਾਨ, ਸ਼ਸਤਰ ਅਕਾਲ ਪੁਰਖ ਦੇ ਨੂੰ ਕੋਈ ਵੀ ਵਰਤ ਸਕਦਾ ਹੈ, ਕੋਈ ਵੀ। ਬੜੇ ਧਰਮਾਂ 'ਚ ਹੁਣ ਗੁਰਜ ਹੈ। ਗੁਰਜ ਕਿਹਦਾ ਹੈ? ਕੋਈ ਕਹਿੰਦਾ ਹਨੂਮਾਨ ਦਾ। ਹਨੂਮਾਨ ਨੇ ਕਿਹੜਾ ਰਜਿਸਟਰਡ ਕਰਾਇਆ ਹੋਇਆ ਸੀ, ਮੇਰਾ ਹੀ ਹੈ, ਕੋਈ ਹੋਰ ਨਹੀਂ ਲੈ ਸਕਦਾ। ਸਿੱਖ ਧਰਮ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਗੁਰਜਾਂ ਜਾ ਕੇ ਵੇਖੋ। ਭਾਈ ਰੂਪਾ ਨਗਰ ਵਿੱਚ ਅੱਜ ਵੀ ਪਈਆਂ ਨੇ।
ਦਸ਼ਮੇਸ਼ ਪਿਤਾ ਦੀ ਗੁਰਜ ਨਾਂਦੇੜ ਦੀ ਧਰਤੀ ਤੇ ਅੱਜ ਵੀ ਕੋਈ ਉਹ ਹਥਿਆਰ ਕਿਸੇ ਦਾ ਰਜਿਸਟਰਡ ਨਹੀਂ ਹੁੰਦਾ, ਜਿਹਦੇ ਹੱਥ ਆ ਗਿਆ ਉਸੇ ਦਾ ਹੀ ਹੁੰਦਾ। ਆਖੋ ਸਤਨਾਮ, ਉਹੀ ਮਾਲਕ ਹੈ। ਅਸੀਂ ਲੋਕਾਂ 'ਚ ਇਹ ਫਿਰਕੇ ਪਾ ਰਹੇ ਹਾਂ। ਨਾਰੀਅਲ ਸਿੱਖਾਂ ਦਾ ਨਹੀਂ ਜੀ, ਹਿੰਦੂਆਂ ਦਾ ਹੈ। ਜੇ ਹਿੰਦੂਆਂ ਦਾ ਹੈ, ਪੰਡਤਾਂ ਦਾ ਹੈ, ਕਿ ਪੰਡਤਾਂ ਦੇ ਗੱਟਿਆਂ ਨੂੰ ਲੱਗਦੇ ਨੇ ਨਾਰੀਅਲ? ਦੱਸੋ ਤੇ ਸਹੀ, ਰੁੱਖਾਂ ਨੂੰ ਲੱਗਦੇ ਨੇ। ਜਿੱਥੇ ਲੱਗੇ ਨੇ ਉੱਥੇ ਤੁਹਾਡੇ ਵਰਗੇ ਵੀ ਕਹਿੰਦੇ ਜੀ ਕੱਚਾ ਨਾਰੀਅਲ ਦੇ ਦਿਓ ਜੀ, ਇਹ ਸਿਹਤ ਲਈ ਠੀਕ ਹੈ। ਪੀਂਦੇ ਨੇ ਨਾ ਸਾਰੇ। ਜਾਂ ਤੇ ਫਿਰ ਪ੍ਰਚਾਰ ਕਰਨ ਵਾਲੇ ਨੂੰ ਕਿਹਾ ਕਰੋ ਨਾ ਪੀਆ ਕਰੋ, ਥਾਂ ਥਾਂ ਤੇ ਗੱਡੀ ਰੋਕ ਕੇ ਪੀ ਰਹੇ ਹੋ। ਇਹ ਤੇ ਸਨਾਤਨੀ ਲੋਕਾਂ ਦਾ ਹੈ, ਸਾਡਾ ਤੇ ਹੈ ਹੀ ਨਹੀਂ। ਇਹਨਾਂ ਚੀਜ਼ਾਂ 'ਚ ਪੈਣ ਦੀ ਲੋੜ ਨਹੀਂ। ਸਿੱਖੋ, ਬਾਣੀ ਪੜੋ, ਸ਼ਰਧਾ ਰੱਖੋ। ਜਿੰਨੀ ਸ਼ਰਧਾ ਆਪਣੇ ਸਤਿਗੁਰ ਤੇ ਬਣਾ ਲਓਗੇ ਓਨਾ ਪੁੰਨ ਖੱਟ ਲਓਗੇ, ਉਹਨੇ ਚੰਗੇ ਕਰਮ ਬਣਾ ਲਓਗੇ। ਜੇ ਤਰਕਾਂ ਜੋਗੇ ਰਹਿ ਗਏ, ਤਰਕਾਂ ਵਾਲੇ ਆਪ ਵੀ ਦੁਖੀ ਤੇ ਦੂਜੇ ਨੂੰ ਵੀ ਸੌਣ ਨਹੀਂ ਦਿੰਦੇ। ਵੇਖੋ ਜੀ, ਲੋੜ ਤੋਂ ਵੱਧ ਕੇ ਕਿਸੇ ਚੀਜ਼ ਨੂੰ ਮੰਨਣਾ ਉਹ ਪਖੰਡ ਹੁੰਦਾ ਹੈ। ਐਵੇਂ ਨਾਰੀਅਲ ਦੀ ਪੂਜਾ ਕਰੀ ਜਾਣੀ, ਧੂਫਾ ਲਾ ਕੇ ਫੋਟੋ ਨੂੰ ਮੱਥਾ ਟੇਕੀ ਜਾਣਾ, ਇਹ ਥੋੜਾ ਮਰਦ ਨੇ ਸਾਨੂੰ ਕਿਹਾ। ਸਤਿਗੁਰ ਕਹਿੰਦੇ ਸ਼ਬਦ ਦੀ ਪੂਜਾ ਕਰ, ਸ਼ਬਦ ਨੂੰ ਜਪ, ਸਮੇਂ ਦੇ ਨਾਲ ਵੀ ਚੱਲ, ਸਮੇਂ ਤੋਂ ਪਿੱਛੇ ਵੀ ਨਾ ਰਹਿ, ਵਕਤ ਦੇ ਨਾਲ ਵੀ ਚੱਲੀ ਚੱਲ। ਮਰਦ ਨੇ ਉਹ ਸਮੇਂ ਵਿੱਚ ਜੋ ਚੱਲਦਾ ਸੀ, ਕਹਿੰਦੇ ਬਾਦਸ਼ਾਹ ਇੱਥੇ ਪੂਜਾ ਕਰਿਓ, ਸੇਵਾ ਕਰਿਓ, ਇੱਕ ਧਰਮਸ਼ਾਲਾ ਬਣਾ ਦੋ। ਸੁਣ ਸਰਦਾ ਧਰ ਭੂਪਤ ਠਾਨੀ, ਵਿਪਰ ਬਿਠਾਰਿਓ ਕਰ ਜਿਸ ਥਾਨੀ। ਕਹਿੰਦੇ ਉਸੇ ਵੇਲੇ ਬਾਦਸ਼ਾਹ ਨੇ ਸਤਿਗੁਰਾਂ ਦਾ ਬਚਨ 7 ਵਜੇ ਕਹਿ ਕੇ ਮੰਨ ਲਿਆ। ਨੋਟ ਕਰ ਲਿਆ, ਅੱਜ ਦਾ ਦਿਨ ਕੀ ਹੈ? ਅੱਜ ਦੇ ਦਿਨ ਇੱਥੇ ਮੇਲਾ ਲੱਗੇਗਾ। ਮੇਲੇ ਤੋਂ ਭਾਵ ਕੀ ਹੁੰਦਾ? ਜਿਹੜੇ ਲੋਕ ਰੋਜ਼ ਨਹੀਂ ਮਿਲ ਸਕਦੇ, ਸੰਗਰਾਂਦ ਹੈ, ਮੱਸਿਆ ਹੈ। ਇਹ ਦਿਨ ਕਿਉਂ ਮਨਾਉਂਦੇ ਜੀ ਸਿੱਖ? ਹੁਣ ਕਈ ਕਹਿੰਦੇ ਜੀ ਬਾਣੀ 'ਚ ਲਿਖਿਆ ਤਾਂ ਮਨਾਏ ਜਾਂਦੇ, ਕਈ ਕਹਿੰਦੇ ਜੀ ਸਾਡਾ ਤੇ ਮਤਲਬ ਇਹਨਾਂ ਨਾਲ ਕੋਈ ਨਹੀਂ। ਫਿਰ ਤੇ ਚੰਦਰਮਾ ਦੀ ਗੱਲ ਕਰਦੇ ਹੋ ਤੁਸੀਂ। ਚੰਦਰਮਾ ਦਾ ਸੰਬੰਧ ਮੁਸਲਮਾਨ ਧਰਮ ਨਾਲ ਕਿੱਥੋਂ ਆਇਆ? ਉਹ ਵੀ ਰੋਜ਼ੇ ਤੋੜਨ ਵੇਲੇ ਚੰਦਰਮਾ ਵੇਖਦੇ ਤੇ ਹਿੰਦੂ ਵੀ ਰਹਿੰਦਾ ਹੈ। ਚੰਦਰਮਾ ਕਿਹਦੀ ਗੱਲ ਕਰੋ? ਸੂਰਜ ਦੀ ਗੱਲ ਕਰੋ। ਇਸਲਾਮ ਵਾਲਿਆਂ ਦਾ ਵੀ ਉਨਾ ਹੀ ਹਿੱਸਾ, ਸਾਡਾ ਵੀ, ਸਾਰਿਆਂ ਦਾ ਵੀ, ਕਿਉਂਕਿ ਉਹ ਕੁਦਰਤ ਦਾ ਬਣਾਇਆ ਹੋਇਆ, ਕਿਸੇ ਧਰਮ ਦਾ ਬਣਾਇਆ ਨਹੀਂ। ਬਸ ਇਹਨਾਂ ਰੌਲਿਆਂ 'ਚ ਸਾਨੂੰ ਭਰਮਾਇਆ ਹੋਇਆ ਵੀ ਇੱਥੇ ਉਲਝਿਆ ਰਹੇ। ਬਾਦਸ਼ਾਹ ਨੇ ਸਤਿਗੁਰਾਂ ਦੇ ਬਚਨਾਂ ਨੂੰ ਡਾਇਰੀ ਤੇ ਨੋਟ ਕੀਤਾ। ਇਹ ਮੇਲਾ ਲੱਗੇਗਾ, ਸੰਗਰਾਂਦਾਂ ਕਿਉਂ ਮਨਾਈਆਂ ਜਾਂਦੀਆਂ? ਅਸੀਂ ਰੋਜ਼ ਨਹੀਂ ਗੁਰਦੁਆਰੇ ਆ ਸਕਦੇ, ਇਕੱਠੇ ਹੋ ਸਕਦੇ ਇੱਕ ਟਾਈਮ ਤੇ। ਸੰਗਰਾਂਦ ਵਾਲੇ ਦਿਨ ਬਹਾਨਾ ਹੁੰਦਾ ਹੈ ਵੀ ਸਾਰਾ ਸ਼ਹਿਰ, ਸਾਰੀ ਸੰਗਤ ਇਕੱਠੀ ਹੋ ਕੇ, ਜਿਹੜੇ ਨਹੀਂ ਵੀ ਆਉਂਦੇ ਉਹ ਵੀ ਬਹਾਨੇ ਨਾਲ ਸਤਸੰਗ ਕਰ ਲੈਣਾ। ਆਖੋ ਸਤਨਾਮ। ਫਿਰ ਕੀ ਮਾੜੀ ਹੈ ਜੀ? ਜਿਹੜਾ ਦਿਨ ਸਾਨੂੰ ਗੁਰੂ ਦੇ ਚਰਨਾਂ 'ਚ ਬਿਠਾ ਦਏ, ਸਾਨੂੰ ਕਿ ਉਹ ਦਿਨ ਚੰਗਾ ਲੱਗਦਾ, ਉਹ ਦਿਨ ਦੀ ਵੀ ਪੂਜਾ ਹੈ। ਜੇ ਤੇ ਸਾਰੀ ਚੰਗੇ। ਸਤਿਗੁਰਾਂ ਦਾ ਬਚਨ ਬਾਦਸ਼ਾਹ ਨੇ ਮੰਨਿਆ, ਆਪਣੇ ਰਾਜੇ ਮਹਾਰਾਜਿਆਂ ਨੂੰ ਕਹਿ ਦਿੱਤਾ, ਕਹਿੰਦਾ ਮੈਂ ਮਰ ਵੀ ਜਾਵਾਂ, ਮੇਰੇ ਮਰਨ ਤੋਂ ਬਾਅਦ ਮੇਰਾ ਪਰਿਵਾਰ ਇਸ ਦਿਨ ਨੂੰ ਜ਼ਰੂਰ ਮਨਾਏ। ਨਿਤ ਪੰਚਾਮ੍ਰਿਤ ਕੋ ਕਰਵਾਏ, ਆਨੇ ਤਹਾ ਦੇ ਵਰਤਾਏ। ਸਤਿਗੁਰ ਕਹਿੰਦੇ ਬਾਦਸ਼ਾਹ ਰੋਜ਼ ਇੱਥੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਬਣੇ। ਧਰਮਸ਼ਾਲਾ ਬਣ ਜੂਗੀ ਬਣਾ, ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰਕੇ ਨਿਤ ਦੇਗ ਵਰਤਾਇਓ। ਜਿਹੜਾ ਰੋਜ਼ ਅਰਦਾਸ ਵਿੱਚ ਸ਼ਾਮਿਲ ਹੋਵੇ, ਪ੍ਰਸ਼ਾਦ ਵਾਹਿਗੁਰੂ ਕਹਿ ਕੇ ਛਕੇ, ਕੋਈ ਉਹਦੇ ਤੇ ਦੁੱਖ ਰੋਗ ਆਉਂਦਾ ਹੀ ਕੋਈ ਨਹੀਂ। ਆਪਾਂ ਤੇ ਪ੍ਰਸ਼ਾਦ ਛਕਦੇ ਵੀ ਜੱਕੜ ਮਾਰਨੋਂ ਨਹੀਂ ਹਟਦੇ। ਆਖੋ ਸਤਨਾਮ। ਮਰਿਆਦਾ ਕੀ ਹੈ? ਸਤਨਾਮ ਵਾਹਿਗੁਰੂ ਕਹਿ ਕੇ ਮੁਖ ਵਿੱਚ ਪਾ ਲੈ, ਤਾਂ ਹੀ ਤੇ ਅਸਰ ਹੋਣਾ। ਨਿੰਦਿਆ ਚੁਗਲੀ ਕਰਦਾ ਪ੍ਰਸ਼ਾਦ ਛਕੇਗਾ ਤੇ ਪ੍ਰਸ਼ਾਦ ਦਾ ਅਸਰ ਕੀ ਹੋਣਾ? ਦੇ ਪ੍ਰਸ਼ਾਦ ਤੇ ਕਿਰਪਾ ਹੁੰਦੀ ਹੈ ਨਾ। ਤੇ ਅੱਜ ਪ੍ਰਸ਼ਾਦ ਵੰਡਣ ਵਾਲਿਆਂ ਨੂੰ ਅਕਲ ਹੈ, ਉਹਨਾਂ ਨੂੰ ਵੀ ਨਹੀਂ ਪਤਾ ਇਹਦੀ ਮਰਿਆਦਾ ਕੀ, ਇਹਨੂੰ ਵੰਡਣਾ ਕਿਵੇਂ ਹੈ। ਗੁਰਮੁਖੋ, ਕੜਾ ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਏ। ਵਰਤਾਉਣ ਵਾਲਾ ਆਪਣੇ ਹੱਥ ਪੈਰਾਂ ਨੂੰ ਨਾ ਲਾਵੇ, ਧਰਤੀ ਨੂੰ ਨਾ ਲਾਵੇ, ਮੂੰਹ ਨੂੰ ਨਾ ਲਾਵੇ, ਕਿਉਂਕਿ ਇਹ ਪ੍ਰਸ਼ਾਦ ਉੱਤਮ ਹੈ। ਅੱਜ ਕੱਲ ਤੇ ਪੈਰਾਂ ਨੂੰ ਵੀ ਮਾਲਿਸ਼ਾਂ ਚੱਲੀ ਜਾਂਦੀਆਂ, ਖਾਣ ਵਾਲੇ ਵੀ ਲਾਈ ਤੇ ਵਰਤਾਉਣ ਵਾਲੇ ਵੀ ਕਰੀ ਜਾਂਦੇ। ਫਿਰ ਕੀ ਕਿਰਪਾ ਹੋਣੀ ਤੁਹਾਡੇ? ਹੁਣ ਵਰਤਾਉਣ ਵਾਲਾ ਜਦ ਵੀ ਵਰਤਾਵੇ, ਉਹ ਝੁਕ ਕੇ ਨਾ ਵਰਤਾਵੇ, ਸਿੱਧੇ ਤੌਰ ਤੇ ਵਰਤਾਏ ਤੇ ਲੈਣ ਵਾਲਾ ਹੱਥ ਉੱਚਾ ਕਰਕੇ ਲਵੇ। ਇਹ ਗੁਰਮਤਿ ਮਰਿਆਦਾ ਰਹਿਤ ਨਾਮੇ ਪੜੋ। ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਅੱਜ। ਸਾਡਾ ਮਕਸਦ ਕੀ ਹੈ? ਬਾਬਾ ਜੀ ਕੌਲੀ ਭਰ ਦਿਓ, ਘਰੇ ਛਕ ਲਾਂਗੇ। ਆਖੋ ਸਤਨਾਮ। ਨਾਲੇ ਨਿਆਣੇ ਖਾ ਲੈਣਗੇ, ਘਰੇ ਲੈ ਚੱਲਦੇ ਆ। ਕਦੇ ਵੀ ਕੜਾ ਪ੍ਰਸ਼ਾਦ ਘਰ ਲੈ ਕੇ ਨਹੀਂ ਜਾਣਾ ਚਾਹੀਦਾ। ਰਸਤੇ 'ਚ ਕਿੰਨੀਆਂ ਗੱਲਾਂ ਕਰਦੇ ਜਾ ਰਹੇ ਹੋ, ਕਿੱਦਾਂ ਦੀ ਡਸਟ ਪੈ ਰਹੀ ਹੈ। ਕੋਈ ਇਹ ਕੜਾ ਪ੍ਰਸ਼ਾਦ ਉਹਨਾਂ ਦੇ ਕਰਮਾਂ ਦਾ, ਜਿਹੜੇ ਗੁਰੂ ਘਰ ਆਏ ਹੋ, ਜਿਹੜੇ ਰਜਾਈਆਂ 'ਚ ਪਏ, ਉਹਨਾਂ ਦੇ ਹਿੱਸੇ ਥੋੜਾ ਹੁੰਦਾ। ਇਹ ਮਿਲਦਾ ਹੀ ਉਸੇ ਨੂੰ ਜਿਹੜਾ ਗੁਰੂ ਘਰ ਚੱਲ ਕੇ ਆਉਂਦਾ। ਆਖੋ ਸਤਨਾਮ। ਇਹ ਲਾਲਚ ਨਾ ਕਰਿਆ ਕਰੋ ਲੰਗਰ ਲਿਜਾਣ ਦਾ, ਕੜਾ ਪ੍ਰਸ਼ਾਦ ਲਿਜਾਣ ਦਾ। ਇਹ ਤੁਹਾਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਵੱਡੇ ਵੱਡੇ ਗੁਰੂ ਘਰਾਂ 'ਚ ਕੁਝ ਹੁੰਦਾ ਹੈ। ਤੁਸੀਂ ਵੇਖ ਰਹੇ ਹੋ, ਜੋ ਗੁਰੂ ਕੇ ਲੰਗਰ ਵਿੱਚ ਵਰਤਦਾ, ਨੂੰ ਲੰਗਰ ਤੱਕ ਸੀਮਤ ਰੱਖੋ।
कड़ा प्रसाद कदे घर ना लेके जाओ, क्योंकि प्रसाद का नरादर है। उन गुरु घर चौकड़ा मार के छक लो वाहिगुरू कह के, किरपा के पात्र बनो। अज इन्हां चीज़ां वाल साडा ध्यान घट है ते साडे प्रचार का जोर किधर लग्या होया है। आ करना चाहिए नहीं करना चाहिए, नितनेम करना है नहीं करना, अमृत छकना है नहीं छकना, दसम दी बाणी बाणी है नहीं है, इत्थे रौला ना साडा। असली मकसद तो सानू भड़का दिता, सिख नूं अपनी अरदास भुल गई। सिख कड़ा प्रसाद का सत्कार भुल गया, किवें बनाउणा है, किवें छकना है, किवें वरताउणा है। पर अज महाराज ने कहा नित प्रसाद बनदा होवे। गुरु घर की मर्यादा नित कड़ा प्रसाद बना के गुरु चरना विच अरदास हुंदी है। सर्व भांत की पूज कराए, मन बासत तहते फल पाए। हुण सतगुर जी उठ के चले ने, कहंदे चंगा फिर बादशाह चलिए। कहंदा मर्द मैं नहीं जान देना तुहानू। इधर समा हो गया जी संपूर्ण। बादशाह चले हुण संधि ते हो गई, इस तो बाद की होना है? क्योंकि जो हुण अगले चोज ने वो भी बड़ियां संगतां ने पहली बार सुनने ने। बेनती है आप भी सुनिया करो, अगे भी बच्चियां नूं सुनाया करो, सानू पता लगे कि साडे सतगुरां दे इतिहास किन्ने रंगले, किन्ने डूंघे, किन्ने गंभीर ने। अज ते सानू 2-4 साखी याद हुंदियां। गुरु नानक साहब दा जन्म उत्थे होया, उस तो बाद 4 उदासियां कीतियां। जेड़ा विच दा जीवन सी उन्हां तुहानू पता ना सानू पता, आखो सतनाम आउणी पता दी। इतिहास सुनन नाल संगतां ते किरपा हुंदी है। इतिहास सुनिया शरधा बनदी है, इतिहास सुन के नॉलेज मिलदी है, इतिहास सुन के बंदा गुरु दे नेड़े हुंदा है ते सुनन वाला ही दूजे नूं अपने धर्म दी गल दस सकदा। जिहने सुनिया ही कुछ नहीं वो की दसू दूजे को। ते बहुत वड्डे भाग तुहाडे बड़ी दूरों दूरों चल गए, चंडीगढ़ मोहाली खरड़ बड़ी दूरों दूरों सिख संगतां चल के आउंदियां विशेष तौर ते। किस लई? सतगुरां दे पावन जीवन इतिहास नूं सुनन लई। कर्मा वालियां दे हिस्से आउंदा दुनिया ते सारी है। बड़ियां स्थानां ते कोई इतिहास की कथा हुंदी है, बंदे ढाई जी बैठे हुंदे। क्यों? कर्म नहीं जागदे। जिन्हां दे कर्म जाके जुड़ के सुनदे उही ने वड्डे भागां दी निशानी है। शुकराना करया करो रोज, सतगुर जी तुसीं किड्डा बड़ा सुभाग सानू बख्शे है। आ इस जिंदगी च जी जो कुछ होए असीं तुहाडा नाम भी जप लईए, तुहाडी कथा भी सुन लईए। बस किरपा करन सतगुर इसी तरह जुड़ के आनंद माणते रहिए। वाहिगुरु 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 वाहिगुरु